ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਵਡਹੰਸ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ ਤੇ ਅੱਜ ਅਸੀਂ 16ਵੀਂ ਪੌੜੀ ਦੀ ਜੋ ਵਿਚਾਰ ਹੈ ਉਹ ਆਰੰਭ ਕਰਾਂਗੇ। ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 592 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਜਿਨ ਕੋ ਸਤਿਗੁਰ ਭੇਟਿਆ, ਸੇ ਹਰ ਕੀਰਤ ਸਦਾ ਕਮਾਹੇ। ਭੇਟਿਆ ਦਾ ਮਤਲਬ ਮਿਲਿਆ, ਜਿਨ ਕੋ ਦਾ ਮਤਲਬ ਜਿਨ੍ਹਾਂ ਨੂੰ, ਹਰ ਕੀਰਤ ਦਾ ਮਤਲਬ ਹਰੀ ਦੀ ਸਿਫਤ ਸਲਾਹ, ਕਮਾਹੇ ਦਾ ਮਤਲਬ ਕਮਾਉਂਦੇ ਨੇ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਉਹ ਸਦਾ ਹਰੀ ਦੀ ਸਿਫਤ ਸਲਾਹ ਕਰਦੇ ਹਨ, ਹਰੀ ਦੇ ਗੁਣ ਗਾਉਂਦੇ ਹਨ। ਹਰੀ ਦੀ ਸਿਫਤ ਸਲਾਹ ਕਰਨਾ ਜਾਂ ਹਰੀ ਦੇ ਗੁਣ ਗਾਉਣ ਦਾ ਮਤਲਬ ਹੈ ਕਿ ਉਹ ਹਰੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ, ਮਨ, ਬਚਨ ਔਰ ਕਰਮ ਕਰਕੇ। ਤੇ ਐਸੀ ਜ਼ਿੰਦਗੀ ਕੌਣ ਜੀਂਦੇ ਨੇ? ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਭਾਵ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਉਹ ਹਮੇਸ਼ਾ ਹੀ ਰੱਬੀ ਗੁਣਾਂ ਦੀ ਸਿਫਤ ਸਲਾਹ ਕਰਦੇ ਨੇ, ਰੱਬ ਦੀ ਸਿਫਤ ਸਲਾਹ ਕਰਦੇ ਹਨ। ਉਹ ਰੱਬੀ ਗੁਣ ਗਾਉਂਦੇ ਨੇ, ਭਾਵ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਇਹ ਉਹਨਾਂ ਦੀ ਨਿਸ਼ਾਨੀ ਹੈ ਜੋ ਗੁਰੂ ਦਰਸਾਏ ਰਾਹਾਂ ਤੇ ਚੱਲਦੇ ਨੇ, ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋਇਆ ਹੈ। ਤੇ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਦਾ ਹੈ, ਇਹਦਾ ਉਹਨਾਂ ਨੂੰ ਫਲ ਕੀ ਮਿਲਦਾ ਹੈ? ਗੁਰੂ ਸਾਹਿਬ ਜੀ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੇ ਸ਼ਬਦ ਕਮਾਹੇ। ਅਚਿੰਤ ਦਾ ਮਤਲਬ ਚਿੰਤਾ ਤੋਂ ਰਹਿਤ, ਜੋ ਚਿੰਤਾ ਤੋਂ ਰਹਿਤ ਹੈ ਔਰ ਚਿੰਤਾ ਤੋਂ ਰਹਿਤ ਕਰਨ ਵਾਲਾ ਹੈ। ਰੱਬ ਨੂੰ ਕੋਈ ਚਿੰਤਾ ਨਹੀਂ ਹੈ ਔਰ ਰੱਬ ਹੀ ਸਾਨੂੰ ਚਿੰਤਾ ਤੋਂ ਰਹਿਤ ਕਰਨ ਵਾਲਾ ਹੈ। ਇਸ ਲਈ ਅਚਿੰਤ ਹਰ ਦਾ ਮਤਲਬ ਅਚਿੰਤ ਹਰੀ। ਅਚਿੰਤ ਹਰ ਨਾਮ ਦਾ ਮਤਲਬ ਅਚਿੰਤ ਹਰੀ ਦਾ ਨਾਮ, ਯਾਨੀ ਹਰੀ ਦਾ ਹੁਕਮ, ਹਰੀ ਦੇ ਗੁਣ। ਸੱਚੇ ਸ਼ਬਦ ਕਮਾਹੇ ਦਾ ਮਤਲਬ ਕਿ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿੱਚ ਹਮੇਸ਼ਾ ਸਮਾਹੇ, ਹਮੇਸ਼ਾ ਲੀਨ ਰਹਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ, ਉਹਦਾ ਹੁਕਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਕਿ ਉਹ ਸਤਿਗੁਰੂ ਦੇ ਸੱਚੇ ਸ਼ਬਦ ਦੇ ਅੰਦਰ ਲੀਨ ਰਹਿੰਦੇ ਨੇ। ਸਤਿਗੁਰੂ ਦਾ ਸੱਚਾ ਸ਼ਬਦ ਮੀਨਸ ਗੁਰੂ ਦਾ ਉਪਦੇਸ਼। ਲੀਨ ਰਹਿਣ ਦਾ ਮਤਲਬ ਮਸਤ ਰਹਿੰਦੇ ਨੇ, ਕਿ ਬੜੇ ਪਿਆਰ ਦੇ ਨਾਲ ਮਨ, ਬਚਨ, ਕਰਮ ਕਰਕੇ ਗੁਰੂ ਦੇ ਉਪਦੇਸ਼ ਤੇ ਉਤਾਰਨੇ ਹੁੰਦੇ ਨੇ। ਗੁਰੂ ਉਪਦੇਸ਼ ਮੁਤਾਬਕ ਉਹ ਜ਼ਿੰਦਗੀ ਜੀਂਦੇ ਨੇ ਔਰ ਉਹਨਾਂ ਦੇ ਮਨ ਅੰਦਰ, ਮਸਤਕ ਵਿੱਚ, ਉਹਨਾਂ ਦੀ ਸੋਚ ਦੇ ਅੰਦਰ ਪ੍ਰਭੂ ਦਾ ਹੁਕਮ ਵਸ ਗਿਆ ਹੁੰਦਾ ਹੈ। ਭਾਵ ਕਿ ਉਹਨਾਂ ਦੀ ਸੋਚ ਹਮੇਸ਼ਾ ਹਰੀ ਦੇ ਹੁਕਮ ਦੇ ਨਾਲ ਜੁੜੀ ਹੈ। ਰੱਬੀ ਰਜ਼ਾ ਮੁਤਾਬਕ ਉਹ ਜ਼ਿੰਦਗੀ ਜੀਂਦੇ ਹਨ ਔਰ ਗੁਰੂ ਉਪਦੇਸ਼ ਦੀ ਕਮਾਈ ਕਰਦੇ ਨੇ, ਭਾਵ ਗੁਰੂ ਉਪਦੇਸ਼ ਮੁਤਾਬਕ ਆਪਣੇ ਜੀਵਨ ਨੂੰ ਬਿਤਾਉਂਦੇ ਹਨ। ਤੇ ਇਹਦਾ ਫਲ ਕੀ ਮਿਲਦਾ ਹੈ? ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਕੁੱਲ ਉਧਾਰ ਹੈ ਆਪਣਾ, ਮੋਖ ਪਦਵੀ ਆਪੇ ਪਾਹੇ। ਮੋਖ ਦਾ ਮਤਲਬ ਮੋਕਸ਼ ਯਾਨੀ ਖਲਾਸੀ, ਤੇ ਮੋਖ ਪਦਵੀ ਦਾ ਮਤਲਬ ਦਰਜਾ, ਪਦਵੀ ਦਾ ਮਤਲਬ ਦਰਜਾ। ਮੋਕਸ਼ ਪਦਵੀ ਦਾ ਮਤਲਬ ਵਿਕਾਰਾਂ ਤੋਂ ਖਲਾਸੀ ਵਾਲਾ ਦਰਜਾ। ਐਸੀ ਮਾਨਸਿਕ ਸਟੇਜ ਜਿੱਥੇ ਜਾ ਕੇ ਬੰਦੇ ਦੇ ਮਨ ਅੰਦਰ ਕੋਈ ਵਿਕਾਰਾਂ ਦਾ ਬੰਧਨ ਨਹੀਂ ਰਹਿੰਦਾ, ਜਿੱਥੇ ਉਹਦੀ ਸੋਚ ਦੇ ਅੰਦਰ ਕੋਈ ਵਿਕਾਰ ਨਹੀਂ ਪਨਪਦਾ, ਜਿਹਦੇ ਅੰਦਰ ਕੋਈ ਸੋਚ ਦੇ ਅੰਦਰ ਕੋਈ ਮਾੜਾ ਜਿਹਾ ਵਿਕਾਰ ਵੀ ਪੈਦਾ ਨਹੀਂ ਹੁੰਦਾ, ਉਹ ਪਦਵੀ ਪਾ ਲੈਂਦੇ ਨੇ। ਮੁਕਤੀ ਦਾ ਮਤਲਬ ਹੈ ਵਿਕਾਰਾਂ ਤੋਂ ਖਲਾਸੀ ਪਾ ਲੈਣ। ਆਪੇ ਪਾਹੇ ਦਾ ਮਤਲਬ ਆਪ ਪਾ ਲੈਂਦੇ ਨੇ ਤੇ ਉਹ ਆਪਣੇ ਕੁੱਲ ਦਾ ਵੀ ਉਧਾਰ ਕਰਦੇ ਨੇ। ਉਹ ਮਨੁੱਖ ਆਪਣੀ ਕੁੱਲ ਨੂੰ ਉਤਾਰ ਲੈਂਦੇ ਨੇ ਔਰ ਆਪ ਵੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਨੇ। ਹੁਣ ਇੱਥੇ ਕੁੱਲ ਨੂੰ ਥੋੜਾ ਜਿਹਾ ਸਮਝ ਲੈਣਾ।
ਮੇਰੀ ਕੁੱਲ ਕੀ ਹੈ ਜਿਹਨੂੰ ਮੈਂ ਤਾਰਨਾ ਹੈ। ਜੋ ਮੇਰੇ ਗਿਆਨ ਇੰਦਰੇ ਨੇ, ਇਹ ਮੇਰੀ ਇੱਕ ਕੁੱਲ ਹੈ। ਅੱਖਾਂ, ਨੱਕ, ਕੰਨ ਆਦਿਕ, ਮੇਰੇ ਹੱਥ ਆਦਿਕ, ਜੋ ਮੇਰੇ ਗਿਆਨ ਇੰਦਰੇ, ਕਰਮ ਇੰਦਰੇ ਨੇ, ਇਹ ਮੇਰੀ ਕੁੱਲ ਹੈ, ਮੇਰੇ ਮਨ ਦੀ, ਮੇਰੇ ਜੀਵਨ ਦੀ। ਤੇ ਇਹ ਸਾਰੀ ਦੀ ਸਾਰੀ ਕੁੱਲ ਨੂੰ ਉਤਾਰ ਲੈਂਦੇ। ਨਾ ਉਹਨਾਂ ਦੀਆਂ ਅੱਖਾਂ ਵਿਕਾਰੀ ਦ੍ਰਿਸ਼ਟੀ ਰੱਖਦੀਆਂ ਨੇ, ਨਾ ਉਹਨਾਂ ਦੇ ਕੰਨਾਂ ਦੇ ਅੰਦਰ ਨਿੰਦਾ ਆਦਿਕ ਦੀ ਵਿਚਾਰ ਸੁਣਨ ਦੀ ਲਾਲਸਾ ਹੈ, ਨਾ ਉਹਨਾਂ ਦੀ ਜ਼ਬਾਨ ਵਿੱਚ ਨਿੰਦਾ, ਝੂਠ ਔਰ ਫਰੇਬ ਮੱਕਾਰੀ ਹੈ, ਨਾ ਉਹਨਾਂ ਦੇ ਕਰਮਾਂ ਦੇ ਅੰਦਰ। ਉਹਨਾਂ ਦੀ ਇਹ ਪੂਰੀ ਦੀ ਪੂਰੀ ਕੁੱਲ ਨੂੰ ਉਤਾਰ ਲੈਂਦੇ ਨੇ। ਪਹਿਲੀ ਗੱਲ ਇਹ, ਆਪ ਵੀ ਵਿਕਾਰਾਂ ਤੋਂ ਖੁਲਾਸੀ ਪਾਉਂਦੇ ਨੇ, ਗਿਆਨ ਇੰਦਰੇ ਉਹਨਾਂ ਦੇ ਮੁਕਤ ਹੁੰਦੇ ਨੇ, ਭਾਵ ਮਨ, ਬਚਨ, ਕਰਮ ਕਰਕੇ ਉਹ ਵਿਕਾਰਾਂ ਤੋਂ ਖੁਲਾਸੀ ਪਾ ਲੈਂਦੇ ਨੇ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਉਹ ਆਪਣੀ ਕੁੱਲ ਦਾ ਉਧਾਰ ਕਰਦੇ ਨੇ। ਕਿਵੇਂ ਕਰਦੇ ਨੇ ਉਧਾਰ? ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਉਹ ਨੇ ਜੋ ਆਪਣੀ ਕੁੱਲ ਨੂੰ ਡੋਬਦੇ ਨੇ, ਇੱਕ ਉਹ ਨੇ ਜੋ ਆਪਣੀ ਕੁੱਲ ਨੂੰ ਤਾਰਦੇ ਨੇ। ਜਿਵੇਂ ਅਸੀਂ ਦੇਖਦੇ ਹਾਂ ਕਿ ਗੰਗੂ ਹੈ ਤਾਂ ਉਸਨੇ ਇੱਕ ਕਰਮ ਐਸਾ ਕੀਤਾ ਹੈ ਜਿਸ ਕਰਕੇ ਉਹ ਆਪ ਡੁੱਬਿਆ ਹੈ। ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਉਹਨਾਂ ਨੂੰ ਕੈਦ ਕਰਾਂਦਾ ਹੈ ਔਰ ਉਹਨਾਂ ਨੂੰ ਸ਼ਹੀਦੀ ਤੱਕ ਪਹੁੰਚਣਾ ਪੈਂਦਾ ਹੈ। ਉਹ ਸ਼ਹੀਦੀ ਦਿੰਦੇ ਨੇ। ਹੁਣ ਇਹ ਕਰਮ ਹੈ ਗੰਗੂ ਦਾ ਐਸਾ ਜਿਸ ਨੇ ਗੰਗੂ ਨੂੰ ਡੋਬਿਆ ਹੈ, ਜਿਸ ਨੇ ਗੰਗੂ ਨੂੰ ਡੋਬਿਆ, ਮਾੜਾ ਕਰਮ ਐਸਾ ਕੀਤਾ। ਤੇ ਗੰਗੂ ਆਪ ਤੇ ਡੁੱਬਿਆ ਹੀ ਡੁੱਬਿਆ। ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਗੰਗੂ ਦੇ ਸਿਰ 'ਚ ਸਵਾਹ ਪੈਂਦੀ ਰਹੇਗੀ। ਲੋਕ ਉਹਦੇ ਵਿਰੋਧ ਵਿੱਚ, ਉਹਦੇ ਇਸ ਕੀਤੇ ਦੁਸ਼ਕਰਮ ਬਾਰੇ ਬੋਲਦੇ ਰਹਿਣਗੇ। ਆਪ ਤਾਂ ਡੁੱਬਿਆ ਹੀ ਡੁੱਬਿਆ। ਪਰ ਜੇ ਕੋਈ ਅੱਜ ਕਹੇ ਕਿ ਮੈਂ ਗੰਗੂ ਦੀ ਕੁੱਲ ਵਿੱਚੋਂ ਹਾਂ, ਤਾਂ ਉਹਨੂੰ ਗੰਗੂ ਕਰਕੇ ਮਾਣ ਨਹੀਂ ਮਿਲੇਗਾ। ਗੰਗੂ ਕਰਕੇ ਉਹਨੂੰ ਮਾਣ ਨਹੀਂ ਮਿਲੇਗਾ। ਜੇ ਕੋਈ ਇਸ ਕਰਕੇ ਕਿਸੇ ਨੂੰ ਸਰੋਪਾ ਥੋੜੀ ਮਿਲੇਗਾ ਕਿ ਤੂੰ ਗੰਗੂ ਦੀ ਕੁੱਲ ਵਿੱਚੋਂ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਮਲੇਰਕੋਟਲਾ ਨਵਾਬ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਕਤਲ ਕੀਤਾ ਹੈ, ਮਾਰਿਆ ਹੈ, ਤੇ ਤੂੰ ਆਪਣੇ ਭਰਾ ਦਾ ਬਦਲਾ ਲੈ। ਇਹ ਫੜ ਤਲਵਾਰ ਤੇ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ, ਗੁਰੂ ਦੇ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਜਾਨੋਂ ਮਾਰ, ਖਤਮ ਕਰ, ਇਹਨਾਂ ਦੇ ਸਿਰ ਉਤਾਰ, ਇਹਨਾਂ ਨੂੰ ਸ਼ਹੀਦ ਕਰ। ਪਰ ਉਹ ਕਹਿੰਦਾ ਨਹੀਂ, ਇਹ ਅਨਰਥ ਹੈ, ਇਹ ਪਾਪ ਹੈ, ਇਹ ਮਾਸੂਮ ਨੇ, ਇਹਨਾਂ ਦਾ ਕੀ ਕਸੂਰ ਹੈ। ਮੇਰੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਨਾਲ ਹੈ। ਉਹ ਸੂਰਮਾ ਹੈ, ਮੈਦਾਨੇ ਜੰਗ ਵਿੱਚ ਮੇਰਾ ਭਰਾ ਮਾਰਿਆ ਗਿਆ। ਮੈਂ ਜੇ ਬਦਲਾ ਲੈਣਾ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ, ਮੈਦਾਨੇ ਜੰਗ ਵਿੱਚ ਲੜ ਕੇ। ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਕਰਨਾ ਇਹ ਪਾਪ ਹੈ, ਇਹ ਅਪਰਾਧ ਹੈ। ਮੈਂ ਤੁਹਾਡੀ ਇਸ ਸਭਾ ਦਾ ਬਾਈਕਾਟ ਕਰਦਾ। ਤਾਂ ਹੁਣ ਇਸ ਮਲੇਰਕੋਟਲੇ ਨਵਾਬ ਨੂੰ ਮਾਣ ਮਿਲਿਆ ਨਾ, ਸਤਿਕਾਰ ਮਿਲਿਆ, ਇਸ ਕਰਕੇ ਕਿ ਇਸ ਦੀ ਸੋਚ ਜਾਂ ਇਸ ਦਾ ਇੱਕ ਕਰਮ ਮਹਾਨ ਸੀ। ਤੇ ਹੁਣ ਜੇ ਕੋਈ ਅੱਜ ਆਣ ਕੇ ਕਹੇ ਕਿ ਮੈਂ ਮਲੇਰਕੋਟਲਾ ਨਵਾਬ ਦੀ ਕੁੱਲ ਵਿੱਚੋਂ ਹਾਂ, ਤਾਂ ਕੀ ਉਹਨੂੰ ਆਦਰ ਮਾਨ ਨਹੀਂ ਮਿਲੇਗਾ? ਮਿਲੇਗਾ ਨਾ। ਉਹਨੇ ਆਪਣੀ ਕੁੱਲ ਦਾ ਨਾਮ ਰੋਸ਼ਨ ਕੀਤਾ। ਤਾਂ ਇਸ ਤਰ੍ਹਾਂ ਜੋ ਇਨਸਾਨ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਆਪ ਵੀ ਤਰਦੇ ਨੇ ਔਰ ਆਪਣੀ ਕੁੱਲ ਦਾ ਵੀ ਨਾਮ ਰੋਸ਼ਨ ਕਰਦੇ ਨੇ, ਤੇ ਆਪਣੇ ਜੋ ਕੁੱਲ, ਜੋ ਗਿਆਨ ਇੰਦਰੇ ਨੇ, ਇਹਨਾਂ ਨੂੰ ਤਾਰਦੇ ਨੇ। ਤੇ ਅਗਲੀ ਗੱਲ, ਜੋ ਉਹਨਾਂ ਦੀ ਸੰਗਤ ਕਰਦਾ ਹੈ, ਉਹਨਾਂ ਦੀ ਕੁੱਲ, ਜੋ ਉਹਨਾਂ ਦੇ ਸੰਗੀ ਸਾਥੀ ਹੁੰਦੇ ਨੇ, ਉਹਨਾਂ ਸੰਗੀਆਂ ਸਾਥੀਆਂ ਨੂੰ ਵੀ ਉਤਾਰ ਲੈਂਦਾ ਹੈ। ਜੋ ਸਾਡੀ ਸੰਗਤ ਹੈ ਇੱਕ ਦੂਜੇ ਦੇ ਨਾਲ, ਉਹ ਸਾਡੀ ਕੁੱਲ ਹੀ ਹੈ ਨਾ, ਜੋ ਸੰਗਤ ਕਰਦੇ ਨੇ, ਉਹ ਸੰਗੀ ਸਾਥੀ ਵੀ ਉਹਦੇ ਵਿਕਾਰਾਂ ਤੋਂ ਪਾਰ ਹੁੰਦੇ ਨੇ, ਜੋ ਉਹਦਾ ਸੰਗ ਕਰਦੇ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ ਪਾਹੇ। ਸੰਤੁਸ਼ਟ ਦਾ ਮਤਲਬ ਹੈ ਪ੍ਰਸੰਨ, ਰਹਿਮਤ ਕਰਨੀ, ਖੁਸ਼ ਹੋਣਾ। ਗੁਰ ਕੀ ਚਰਨੀ, ਜੋ ਗੁਰ ਚਰਨੀ ਜਨ ਪਾਹੇ, ਜਿਹੜੇ ਗੁਰੂ ਦੇ ਚਰਨੀ ਲੱਗਦੇ ਨੇ। ਜੋ ਮਨੁੱਖ ਸਤਿਗੁਰੂ ਦੀ ਚਰਨੀ ਲੱਗਦੇ ਹਨ, ਭਾਵ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ, ਪਾਰ ਬ੍ਰਹਮ ਉਹਨਾਂ ਤੇ ਪ੍ਰਸੰਨ ਹੁੰਦਾ ਹੈ, ਉਹਨਾਂ ਤੇ ਰਹਿਮਤ ਕਰਦਾ ਹੈ, ਉਹਨਾਂ ਤੇ ਪ੍ਰਸੰਨ ਹੁੰਦਾ ਹੈ, ਉਹ ਰੱਬ ਦੀ ਪ੍ਰਸੰਨਤਾ ਪਾ ਲੈਂਦੇ ਨੇ। ਤਾਂ ਦੇਖੋ ਹੁਣ ਰੱਬ ਦੀ ਪ੍ਰਸੰਨਤਾ ਪਾਉਣ ਵਾਸਤੇ
ਸਾਡੇ ਕੋਲ ਸਾਧਨ ਕੀ ਹੈ? ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਰੱਬ ਦੀ ਪ੍ਰਸੰਨਤਾ ਕਹੋ, ਰੱਬ ਦੀ ਕਿਰਪਾ ਕਹੋ, ਬਖਸ਼ਿਸ਼ ਕਹੋ, ਕੋਈ ਵੀ ਸ਼ਬਦ ਵਰਤ ਲਓ, ਤਾਂ ਰੱਬ ਦੀ ਬਖਸ਼ਿਸ਼, ਰੱਬ ਦੀ ਰਹਿਮਤ, ਰੱਬ ਦੀ ਪ੍ਰਸੰਨਤਾ ਪਾਉਣ ਦਾ ਸਾਧਨ ਕੀ ਹੈ? ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਮੀਨਸ ਕਿ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਣਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ। ਇਹ ਆਪਣੇ ਆਪ ਦੇ ਅੰਦਰ ਹੀ ਰੱਬ ਦੀ ਰਹਿਮਤ ਔਰ ਰੱਬ ਦੀ ਪ੍ਰਸੰਨਤਾ ਹੈ। ਤਾਂ ਉਹਨਾਂ ਤੇ ਰੱਬ ਦੀ ਪ੍ਰਸੰਨਤਾ ਹੁੰਦੀ ਹੈ ਜੋ ਗੁਰੂ ਦੱਸੇ ਰਾਹਾਂ ਤੇ ਤੁਰਦੇ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾ ਹੈ। ਲਾਜ ਦਾ ਮਤਲਬ ਹੈ ਇੱਜ਼ਤ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ। ਹਰੀ ਮਿਹਰ ਕਰਕੇ ਆਪਣੇ ਦਾਸ ਦੀ ਲਾਜ ਰੱਖਦਾ ਹੈ। ਕਰ ਕਿਰਪਾ ਹਰ ਲਾਜ ਰੱਖਾ ਹੈ। ਰੱਬ ਰਹਿਮਤ ਕਰਕੇ ਆਪਣੇ ਦਾਸ ਦੀ ਲਾਜ ਰੱਖਦਾ ਹੈ, ਇੱਜ਼ਤ ਰੱਖਦਾ ਹੈ। ਹੁਣ ਦੇਖੋ, ਰੱਬੀ ਜੋ ਦਾਸ ਹੈ, ਗੁਰੂ ਦਾ ਜੋ ਸਿੱਖ ਹੈ, ਉਹਦੀ ਲਾਜ ਗੁਰੂ ਔਰ ਪ੍ਰਭੂ ਕਿਵੇਂ ਰੱਖਦਾ ਹੈ, ਇਹ ਚੀਜ਼ ਸਮਝਣ ਵਾਲੀ ਹੈ। ਹੁਣ ਸਭ ਤੋਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਦੇ ਦੀ ਇਨਸਲਟ ਕਦੋਂ ਹੁੰਦੀ ਹੈ, ਬੇਇੱਜ਼ਤੀ ਕਦੋਂ ਹੁੰਦੀ ਹੈ? ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਹੈ, ਚਾਹੇ ਉਹ ਚੋਰੀ ਹੈ, ਬੇਈਮਾਨੀ ਹੈ, ਠੱਗੀ ਹੈ, ਆਚਰਣਹੀਨਤਾ ਹੈ, ਕੋਈ ਪਾਪ ਅਪਰਾਧ ਹੈ, ਉਦੋਂ ਬੰਦੇ ਦੀ ਇਨਸਲਟ ਹੁੰਦੀ ਹੈ ਨਾ। ਤੇ ਗੁਰੂ ਪ੍ਰਭੂ ਆਪਣੇ ਪਿਆਰਿਆਂ ਦੀ ਲਾਜ ਕਿਵੇਂ ਰੱਖਦਾ ਹੈ? ਜਦੋਂ ਰੱਬ ਦੇ ਪਿਆਰੇ ਦੇ ਅੰਦਰ ਬਾਈ ਦੀ ਵੇ ਜੇ ਕਿਤੇ ਚੋਰੀ ਕਰਨ ਦਾ ਵਿਚਾਰ ਆ ਜਾਏ ਬੰਦੇ ਦੇ ਅੰਦਰ, ਤੇ ਜਿਹੜਾ ਰੱਬ ਦਾ ਪਿਆਰਾ ਹੋਏਗਾ ਨਾ, ਉਹਦੇ ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਵੇ। ਜਦੋਂ ਈਰਖਾ ਕਰਨ ਦਾ ਕਿਤੇ ਮੌਕਾ ਬਣੇ ਜਾਂ ਵਿਚਾਰ ਪੈਦਾ ਹੋਏ, ਤਾਂ ਜਿਹੜਾ ਰੱਬ ਦਾ ਪਿਆਰਾ ਹੈ ਉਹ ਕਿਸੇ ਨਾਲ ਈਰਖਾ ਕਰੇਗਾ ਨਹੀਂ। ਉਹਨੂੰ ਪਤਾ ਹੈ ਅੰਦਰੋਂ ਆਵਾਜ਼ ਆਏਗੀ, ਬਾਤ ਵਿਵਾਦ ਕਾਹੂ ਸਿਉ ਨਾ ਕੀਜੈ। ਉਹਨੂੰ ਪਤਾ ਹੈ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਤਾਂ ਕਦੇ ਨਾ ਹੋਵੀ ਭਲਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ। ਉਹਨਾਂ ਦੇ ਅੰਦਰੋਂ ਪਰਾਈ, ਈਰਖਾ, ਨਿੰਦਾ ਆਦਿਕ ਵਿਸਰ ਹੀ ਗਈ ਹੁੰਦੀ ਹੈ, ਭੁੱਲ ਹੀ ਗਈ ਹੁੰਦੀ ਹੈ। ਉਹਨਾਂ ਦੇ ਮਨ ਦੇ ਅੰਦਰ ਕੋਈ ਐਸਾ ਵਿਕਾਰਾਂ ਵਾਲਾ ਫੁਰਨਾ ਵੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਜੋ ਪ੍ਰਭੂ ਹੈ ਉਹ ਆਪਣੇ ਦਾਸਾਂ ਦੀ ਲਾਜ ਰੱਖਦਾ ਹੈ। ਉਹਨਾਂ ਨੂੰ ਯਾਨੀ ਉਹਨਾਂ ਨੂੰ ਇੱਜ਼ਤ, ਮਾਣ ਔਰ ਸਤਿਕਾਰ ਮਿਲਦਾ ਹੈ, ਕਿਉਂਕਿ ਉਹ ਕੋਈ ਐਸਾ ਕਰਮ ਨਹੀਂ ਕਰਦੇ ਜਿਸ ਦੇ ਨਾਲ ਜਗਤ ਅੰਦਰ ਨਿਰਾਦਰੀ ਹੁੰਦੀ। ਮਹਿਲਾ ਤੀਜਾ, ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਖੜਕ ਦਾ ਮਤਲਬ ਹੁੰਦਾ ਹੈ ਖਟਕਾ, ਧੜਕਾ। ਹਮੇਸ਼ਾ ਧੁੜਕੂ, ਜਿਹਨੂੰ ਅਸੀਂ ਕਹਿੰਦੇ ਧੁੜਕੂ ਲੱਗਾ ਰਹਿੰਦਾ, ਚਿੰਤਾ ਬਣੀ ਰਹਿੰਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਹੰਕਾਰ ਦੇ ਅੰਦਰ ਰਿਆਂ ਮਨੁੱਖ ਦੇ ਅੰਦਰ ਅਸ਼ਾਂਤੀ ਬਣੀ ਰਹਿੰਦੀ ਹੈ। ਖੜਕ ਦਾ ਮਤਲਬ ਅਸ਼ਾਂਤੀ। ਖੜਕੇ ਖੜਕ ਵਿਹਾਏ ਦਾ ਮਤਲਬ ਉਹਦੀ ਸਾਰੀ ਦੀ ਸਾਰੀ ਜ਼ਿੰਦਗੀ ਅਸ਼ਾਂਤੀ ਦੇ ਅੰਦਰ ਹੀ ਗੁਜ਼ਰਦੀ ਹੈ, ਘਬਰਾਹਟ ਦੇ ਅੰਦਰ ਹੀ ਗੁਜ਼ਰਦੀ ਹੈ, ਧੁੜਕੂ ਹੀ ਲੱਗਾ ਰਹਿੰਦਾ ਹੈ, ਕੋਈ ਨਾ ਕੋਈ ਸੰਸਾ ਬਣਿਆ ਹੀ ਰਹਿੰਦਾ ਹੈ ਜਿੱਥੇ ਹਉਮੈ ਹੈ, ਜਿੱਥੇ ਈਗੋ ਹੈ। ਔਰ ਇਹ ਚੀਜ਼ਾਂ ਅਸੀਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ ਕਿ ਜੇ ਸੁਪਰੀਓਰਿਟੀ ਕੰਪਲੈਕਸ ਹੈ ਤਾਂ ਉਹ ਬੰਦਾ ਵੀ ਸ਼ਾਂਤ ਨਹੀਂ ਰਹੇਗਾ, ਕਿਉਂਕਿ ਉਹਦੇ ਖਿਲਾਫ ਕੋਈ ਨਿੱਕੀ ਜਿਹੀ ਵੀ ਗੱਲ ਕਹੋਗੇ ਉਹ ਭੜਕ ਜਾਏਗਾ। ਉਹ ਇਨਸਾਨ ਜੋ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੈ, ਐਸੇ ਬੰਦੇ ਦੀਆਂ ਆਪਣੀਆਂ ਭਾਵਨਾਵਾਂ ਦੀ ਹੀ ਉਹ ਕਦਰ ਕਰਦਾ ਹੈ, ਦੂਜਿਆਂ ਦੇ ਭਾਵਨਾਵਾਂ ਦੀ ਕਦਰ ਉਹ ਬਿਲਕੁਲ ਵੀ ਨਹੀਂ ਕਰਦਾ। ਤਾਂ ਐਸਾ ਬੰਦਾ ਤਾਂ ਅਸ਼ਾਂਤ ਹੈ ਹੀ ਹੈ, ਉਹਦੇ ਅੰਦਰ ਸ਼ਾਂਤੀ ਨਹੀਂ ਹੈ। ਪਰ ਜਿਸ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਉਹ ਬੰਦਾ ਵੀ ਸ਼ਾਂਤ ਨਹੀਂ ਕਿ ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਫੇਲ ਹਾਂ, ਮੈਨੂੰ ਤਾਂ ਕੋਈ ਚੰਗਾ ਨਹੀਂ ਸਮਝਦਾ, ਰੱਬ ਇਹਦੇ ਨਾਲੋਂ ਚੁੱਕ ਹੀ ਲੈ। ਤਾਂ ਇਹੋ ਜਿਹੀ ਜ਼ਿੰਦਗੀ ਵਿੱਚ ਸ਼ਾਂਤੀ ਕਿੱਥੇ ਹੈ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਹੰਕਾਰ ਦੇ ਅੰਦਰ ਰਿਆਂ ਮਨੁੱਖ ਦੇ ਅੰਦਰ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ। ਖੜਕੇ ਖੜਕ ਵਿਹਾਏ, ਵਿਹਾਏ ਦਾ ਮਤਲਬ ਬੀਤਦੀ ਹੈ, ਖੜਕੇ ਖੜਕ ਦਾ ਮਤਲਬ ਅਸ਼ਾਂਤੀ ਦੇ ਅੰਦਰ ਹੀ। ਤਾਂ ਉਹਦੀ ਸਾਰੀ ਜ਼ਿੰਦਗੀ ਅਸ਼ਾਂਤੀ ਦੇ ਅੰਦਰ ਹੀ ਬੀਤਦੀ ਹੈ, ਕੋਈ ਨਾ ਕੋਈ ਧੁੜਕੂ ਉਹਨੂੰ ਲੱਗਾ ਹੀ ਰਹਿੰਦਾ ਹੈ। ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਹਉਮੈ ਬਹੁਤ ਵੱਡਾ ਰੋਗ ਹੈ। ਪਾਵਨ ਬਾਣੀ ਵਿੱਚ ਅਸੀਂ ਪੜ੍ਹ ਰਹੇ ਹਾਂ, ਆਸਾ ਕੀ ਵਾਰ ਵਿੱਚ ਅਸੀਂ ਵਿਚਾਰ ਕੀਤੀ ਸੀ
कि होमे दीर्घ रोग है, बड़ा वड्डा रोग है, और इस रोग ने साडा किन्ना नुकसान कीता है, ਇਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਆਮ ਘਰਾਂ ਪਰਿਵਾਰਾਂ ਵਿੱਚ ਨਿੱਕੀ ਨਿੱਕੀ ਈਗੋ, ਨਿੱਕੀ ਨਿੱਕੀ ਹੋਮੇ ਵੱਡੇ ਵੱਡੇ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ। ਪਤੀ ਪਤਨੀ, ਭੈਣ ਭਰਾ, ਮਾਂ ਬਾਪ, ਰਿਸ਼ਤੇਦਾਰ, ਸੱਜਣ ਮਿੱਤਰ ਇੱਕ ਦੂਜੇ ਤੋਂ ਨਿੱਕੀ ਨਿੱਕੀ ਹੋਮੇ ਕਰਕੇ ਦੂਰ ਹੋ ਜਾਂਦੇ ਨੇ। ਜੋ ਸਾਡੇ ਰਾਜਨੀਤਿਕ ਲੀਡਰ ਨੇ, ਉਹਨਾਂ ਦੀ ਛੋਟੀ ਛੋਟੀ ਹੋਮੇ ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਸਾਹਮਣੇ ਲਿਆ ਖੜਿਆ ਕਰਦੀ ਹੈ, ਔਰ ਇੱਕ ਦੇਸ਼ ਦੀਆਂ ਫੌਜਾਂ ਦੂਜੇ ਦੇਸ਼ ਦੇ ਉੱਤੇ ਹਮਲਾਵਰ ਹੁੰਦੀਆਂ ਨੇ। ਇਹ ਸਾਰਾ ਕੁਝ ਹੋਮੇ ਦੇ ਆਸਰੇ ਹੀ ਤਾਂ ਹੈ। ਹੋਮੇ ਦੇ ਕਾਰਨ ਹੀ ਤਾਂ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਹਾਂ। ਹੋਮੇ ਦੇ ਕਾਰਨ ਹੀ ਤਾਂ ਬੰਦਾ ਬੰਦੇ ਦਾ ਵੈਰੀ ਬਣ ਜਾਂਦਾ ਹੈ। ਤਾਂ ਕਿੰਨਾ ਵੱਡਾ ਇਹ ਬਿਮਾਰੀ ਹੈ ਨਾ, ਕਿੰਨੀ ਵੱਡਾ ਰੋਗ ਹੈ ਬੰਦੇ ਦੇ ਅੰਦਰ। ਕਾਸ਼ ਕਿ ਬੰਦਾ ਇਸ ਨੂੰ ਸਮਝ ਲੈ ਔਰ ਇਸ ਦੀ ਸਹੀ ਵਰਤੋਂ ਕਰੇ। ਜੇ ਬੰਦਾ ਸਵਾਭਿਮਾਨੀ ਹੋਵੇ, ਜੇ ਆਪਣੇ ਅੰਦਰ ਵਿਲ ਪਾਵਰ ਪੈਦਾ ਕਰੇ ਔਰ ਇਸ ਹੋਮੇ ਨੂੰ ਆਪਣੀ ਜੋ ਵੱਖਰੀ ਪਹਿਚਾਣ ਹੈ ਇਹਨੂੰ ਚੰਗੇ ਵਾਸਤੇ ਵਰਤੇ, ਤਾਂ ਇਹ ਹੋਮੇ ਇਹਦੇ ਵਾਸਤੇ ਵਿਕਾਸ ਦਾ ਕਾਰਨ ਬਣ ਸਕਦੀ ਹੈ। ਇਹ ਆਪਣੇ ਜੀਵਨ ਦੇ ਅੰਦਰ ਵਿਕਾਸ ਕਰ ਸਕਦਾ ਹੈ। ਹੁਣ ਮੈਂ ਹੰਕਾਰ ਕਰ ਰਿਹਾ ਹਾਂ ਕਿ ਮੈਂ ਤੁਹਾਨੂੰ ਨੀਵਾਂ ਵਿਖਾਉਣਾ ਹੈ, ਪਰ ਜੇ ਇਹਦੀ ਬਜਾਏ ਮੈਂ ਆਪਣੇ ਆਪ ਨੂੰ ਚੰਗਾ ਬਣਾਉਣ ਦੇ ਵਿੱਚ ਇਸ ਹੋਮੇ ਨੂੰ ਵਰਤਾਂ ਕਿ ਮੈਂ ਚੰਗਾ ਕੰਮ ਕਰਦਾ, ਇਹ ਨਹੀਂ ਕਿ ਦੂਜਿਆਂ ਨੂੰ ਵਿਖਾਉਣ ਲਈ, ਸਿਰਫ ਮੇਰਾ ਹੱਕ ਹੈ, ਮੇਰਾ ਫਰਜ਼ ਹੈ ਕਿ ਮੈਂ ਇਨਸਾਨੀ ਜ਼ਿੰਦਗੀ ਜੀਣੀ ਹੈ। ਮੈਂ ਇਸ ਦੁਨੀਆ ਦੇ ਅੰਦਰ ਪਿਆਰ ਮੁਹੱਬਤ ਦੇ ਨਾਲ ਜੀਣਾ ਹੈ। ਮੈਂ ਸਮਾਜ ਦੇ ਭਲੇ ਵਾਸਤੇ ਕੁਛ ਨਾ ਕੁਛ ਕਰਨਾ ਹੈ। ਜੇ ਮੈਂ ਆਪਣੀ ਈਗੋ ਨੂੰ ਇਸ ਚੀਜ਼ ਵਾਸਤੇ ਵਰਤਾਂ ਤਾਂ ਇਹ ਹੋਮੇ ਮੇਰੇ ਵਾਸਤੇ ਕਿੰਨੀ ਲਾਭਦਾਇਕ ਹੋ ਸਕਦੀ ਹੈ ਨਾ, ਪਰ ਮੈਂ ਇਸ ਨੂੰ ਰੋਗ ਬਣਾ ਲਿਆ ਹੈ। ਮੈਂ ਆਪਣੀ ਹੋਮੇ ਨੂੰ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਵਰਤ ਰਿਹਾ ਹਾਂ, ਦੂਜਿਆਂ ਦੇ ਨਾਲ ਕੰਪੀਟੀਸ਼ਨ ਵਾਸਤੇ ਵਰਤ ਰਿਹਾ ਹਾਂ। ਮੈਂ ਇਸ ਈਗੋ ਨੂੰ ਹੰਕਾਰ, ਵੈਰ, ਵਿਰੋਧ ਵਾਸਤੇ ਵਰਤ ਰਿਹਾ ਹਾਂ। ਇਸ ਤਰ੍ਹਾਂ ਇਹ ਹੋਮੇ ਹੀ ਮੇਰੇ ਵਾਸਤੇ ਬਹੁਤ ਵੱਡਾ ਰੋਗ ਬਣ ਗਈ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਹੋਮੇ ਦਾ ਵੱਡਾ ਰੋਗ ਹੈ, ਉਹ ਕੀ ਹੁੰਦਾ ਹੈ? ਆਵੇ ਜਾਏ। ਆਵਾਗੌਣ ਦਾ ਮਤਲਬ ਕੀ ਹੈ? ਭਟਕਣਾ। ਮਰ ਜੰਮੇ ਦਾ ਮਤਲਬ ਜੰਮਦਾ ਹੈ ਔਰ ਮਰਦਾ ਹੈ। ਮਤਲਬ ਮੈਂ ਜੰਮਿਆ ਤੇ ਮੈਂ ਹੁਣ ਮਰਾਂਗਾ, ਤੇ ਜੋ ਜੰਮਣ ਔਰ ਮਰਨ ਦੇ ਵਿਚਕਾਰ ਸਮਾਂ ਸੀ ਉਹਦੇ ਵਿੱਚ ਆਵੇ ਜਾਏ ਦਾ ਮਤਲਬ ਭਟਕਦਾ ਰਹਾਂਗਾ। ਉਹ ਬੰਦਾ ਸਾਰੀ ਜ਼ਿੰਦਗੀ ਹੀ ਜਨਮ ਤੋਂ ਲੈ ਕੇ ਮਰਨ ਤੱਕ ਭਟਕਦਾ ਹੀ ਰਹਿੰਦਾ ਹੈ, ਜੰਮਦਾ ਹੈ, ਭਟਕਦਾ ਹੈ ਔਰ ਭਟਕਣਾ ਦੇ ਵਿੱਚ ਹੀ ਮਰ ਜਾਂਦਾ ਹੈ, ਜਿਸ ਦੀ ਜ਼ਿੰਦਗੀ ਵਿੱਚ ਹੋਮੇ ਹੈ। ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਮਨੁੱਖ ਲਈ ਹੋਮੇ ਬਹੁਤ ਵੱਡਾ ਰੋਗ ਹੈ। ਮਨੁੱਖ ਜੰਮਦਾ ਹੈ, ਮਰਦਾ ਹੈ ਔਰ ਸਾਰੀ ਜ਼ਿੰਦਗੀ ਭਟਕਦਾ ਹੀ ਰਹਿੰਦਾ ਹੈ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਪ੍ਰਭ ਆਏ। ਜਿਨ ਕੋ ਪੂਰਬ ਲਿਖਿਆ ਯਾਨੀ ਜਿਨ੍ਹਾਂ ਦੇ ਅੰਦਰ ਪੂਰਬਲੇ ਲੇਖ ਲਿਖੇ ਨੇ, ਕਰਮਾਂ ਦੇ ਸੰਸਕਾਰ ਲਿਖੇ ਹੋਏ ਨੇ। ਇਹ ਚੀਜ਼ ਆਪਾਂ ਸਮਝ ਚੁੱਕੇ ਹਾਂ। ਹਰ ਰੋਜ਼ ਕਰੀਬ ਕਰੀਬ ਸ਼ਬਦ ਆਉਂਦਾ ਹੈ ਔਰ ਅਸੀਂ ਇਸ ਦੀ ਵਿਚਾਰ ਕਰਦੇ ਰਹਿੰਦੇ ਹਾਂ ਕਿ ਕੋਈ ਵੀ ਇਵੈਂਟ ਸਾਡੇ ਅੰਦਰ ਥਾਟਸ ਪੈਦਾ ਕਰਦਾ ਹੈ। ਉਸ ਥਾਟਸ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ। ਉਸ ਇਮੋਸ਼ਨਸ ਤੋਂ ਸਾਡਾ ਬਿਹੇਵੀਅਰ ਬਣਦਾ ਹੈ ਤੇ ਉਹ ਬਿਹੇਵੀਅਰ ਸਾਡੇ ਅੰਦਰ ਹੋਰ ਇਵੈਂਟ ਪੈਦਾ ਕਰਦਾ ਹੈ। ਇਵੈਂਟ ਤੋਂ ਥਾਟਸ, ਥਾਟਸ ਤੋਂ ਇਮੋਸ਼ਨ, ਇਮੋਸ਼ਨ ਤੋਂ ਬਿਹੇਵੀਅਰ। ਇਹ ਇੱਕ ਸਰਕਲ ਚੱਲ ਜਾਂਦਾ ਹੈ ਔਰ ਸਾਡੇ ਅੰਦਰ ਇੱਕ ਨਿਊਰੋਨਲ ਪੈਟਰਨ ਬਣ ਜਾਂਦਾ ਹੈ, ਸਾਡਾ ਸੁਭਾਅ ਬਣ ਜਾਂਦਾ ਹੈ। ਇਹਨੂੰ ਕਹਿੰਦੇ ਨੇ ਪੂਰਬ ਲਿਖਿਆ। ਕਿ ਜੋ ਪੂਰਬ ਤੋਂ ਪਿਛਲਾ ਜੋ ਸਮਾਂ ਬੀਤਿਆ ਹੈ ਉਹਦੇ ਤੋਂ ਜੋ ਸਾਡੇ ਅੰਦਰ ਵਿਚਾਰ ਪੈਦਾ ਹੋਏ, ਉਹ ਸਾਡੇ ਅੰਦਰ ਸੰਸਕਾਰ ਬਣਦੇ ਚਲੇ ਗਏ ਔਰ ਉਹ ਸੰਸਕਾਰ ਸਾਡਾ ਸੁਭਾਅ ਬਣ ਗਿਆ, ਚੰਗਾ ਜਾਂ ਮਾੜਾ। ਇਹ ਇੱਕ ਵੱਖਰਾ ਟੌਪਿਕ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸ਼ੁਰੂ ਤੋਂ ਹੀ ਚੰਗੇ ਲੇਖ ਲਿਖੇ ਨੇ, ਚੰਗੇ ਸੰਸਕਾਰ ਲਿਖੇ ਨੇ, ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ। ਉਹਨਾਂ ਨੂੰ ਪ੍ਰਭੂ ਦਾ ਰੂਪ ਸਤਿਗੁਰੂ ਆ ਮਿਲਦਾ ਹੈ, ਯਾਨੀ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ। ਦੇਖੋ ਇਹ ਗੱਲ ਸਮਝਣ ਵਾਲੀ ਹੈ। ਅੱਜ ਅਸੀਂ ਕਲਾਸ ਵਿੱਚ ਬੈਠੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸਮਝ ਰਹੇ ਹਾਂ, ਤਾਂ ਇਹ ਅੱਜ ਪਹਿਲੇ ਦਿਨ ਨਹੀਂ ਸੀ ਆ ਕੇ ਬਹਿ ਗਏ। ਇਹਦੇ ਪਿੱਛੇ ਸਾਡੇ ਪਿਛਲੇ ਸੰਸਕਾਰ ਕੰਮ ਕਰ ਰਹੇ ਨੇ। ਬੇਸ਼ੱਕ ਅਸੀਂ ਸਾਰੇ ਹੀ 60 ਤੋਂ ਕਰੀਬ ਉੱਤੇ ਹਾਂ, ਕੁਛ ਥੋੜੇ ਵੀਰ ਭੈਣਾਂ ਨੇ ਵਿੱਚ ਥੋੜੀ ਉਮਰ ਦੇ, ਸਾਰੇ ਹੀ 50-60 ਤੋਂ ਉੱਤੇ ਆ।
ਤਾਂ ਇਹ ਸੰਸਕਾਰ ਤੁਹਾਡੇ ਪਿਛਲੇ ਨੇ, ਜੋ 2 3 4 ਸਾਲ ਦੀ ਉਮਰ ਦੇ ਅੰਦਰ ਤੁਹਾਡੇ ਮਾਤਾ ਪਿਤਾ ਤੁਹਾਨੂੰ ਚੁੱਕ ਕੇ ਗੁਰਦੁਆਰਾ ਸਾਹਿਬ ਲੈ ਜਾਂਦੇ ਸੀ। ਤੁਸੀਂ ਬੇਸ਼ੱਕ ਬਾਣੀ ਉੱਥੇ ਸੁਣਦੇ ਸੀ, ਨਹੀਂ ਸੀ ਸੁਣਦੇ, ਸ਼ਰਾਰਤਾਂ ਕਰਦੇ ਸੀ, ਭੱਜਦੇ ਸੀ, ਕੁਛ ਵੀ, ਲੇਕਿਨ ਗੁਰਦੁਆਰਾ ਸਾਹਿਬ ਜਾਂਦੇ ਸੀ। ਤੁਹਾਡੇ ਅੰਦਰ ਇੱਕ ਸੰਸਕਾਰ ਬਣਿਆ ਕਿ ਗੁਰਦੁਆਰਾ ਸਾਹਿਬ ਵੀ ਕੋਈ ਚੀਜ਼ ਹੈ, ਅੰਦਰ ਕੁਛ ਕਥਾ ਕੀਰਤਨ ਹੁੰਦਾ ਹੈ। ਬੇਸ਼ੱਕ ਸਾਨੂੰ ਉਦੋਂ ਸਮਝ ਨਹੀਂ ਸੀ, ਹੌਲੇ ਹੌਲੇ ਸਾਡੇ ਅੰਦਰ ਉਹ ਆਦਤ ਡਿਵੈਲਪ ਹੋਈ, ਵਿਚਾਰ ਡਿਵੈਲਪ ਹੋਏ, ਅਸੀਂ ਫਿਰ ਵੱਡੇ ਹੋ ਕੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ। ਤੇ ਬੇਸ਼ੱਕ ਕਿਸੇ ਦੇ ਕੋਲੋਂ ਵਿੱਚ 5 7 10 ਸਾਲ ਇਹ ਚੀਜ਼ ਛੁੱਟ ਵੀ ਗਈ ਹੋਏ, ਲੇਕਿਨ ਉਹ ਸੰਸਕਾਰ ਅੰਦਰ ਹੁੰਦੇ ਨੇ, ਉਹ ਫਿਰ ਪ੍ਰਫੁੱਲਿਤ ਹੋ ਗਏ। ਤੇ ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ, ਉਹ ਸੰਸਕਾਰ ਨੇ। ਤੇ ਜਿਨ੍ਹਾਂ ਦੇ ਅੰਦਰ ਕੁਝ ਸੰਸਕਾਰ ਹੋਰ ਪੈਦਾ ਹੋਏ, ਉਹ ਉਹਨਾਂ ਦੇ ਅੰਦਰ ਸੁਭਾਅ ਉਹ ਜਿਹਾ ਬਣ ਗਿਆ, ਉਹ ਉਧਰ ਨੂੰ ਚਲੇ ਗਏ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਨ੍ਹਾਂ ਦੇ ਅੰਦਰ ਹੁਣ ਉਹ ਸੰਸਕਾਰ ਲਿਖੇ ਗਏ ਉਹ ਗੁਰਦੁਆਰਾ ਸਾਹਿਬ ਜਾਂ ਬਾਣੀ ਨਾਲ ਜੋੜ ਹੀ ਨਹੀਂ ਸਕਦੇ। ਬੰਦਾ ਆਪਣੇ ਆਪ ਨੂੰ ਚੇਂਜ ਕਰ ਸਕਦਾ ਹੈ, ਆਪਣੇ ਬਣੇ ਸੁਭਾਅ ਨੂੰ ਬਦਲਿਆ ਜਾ ਸਕਦਾ ਹੈ। ਉਹ ਇੱਕ ਵੱਖਰੀ ਗੱਲ ਹੈ, ਉਹ ਫਿਰ ਬਾਅਦ ਵਿੱਚ ਕਿਸ ਦਿਨ ਗੱਲ ਕਰਾਂਗੇ। ਪਰ ਅੱਜ ਸਿਰਫ ਇੰਨਾ ਕਿ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ, ਜਿਨ੍ਹਾਂ ਦੇ ਹਿਰਦੇ ਅੰਦਰ ਅੰਤਸ਼ਕਰਨ ਵਿੱਚ ਮਨ ਬੁੱਧ ਦੇ ਅੰਦਰ ਪਿਛਲੇ ਸਮੇਂ ਅੰਦਰ ਸੰਸਕਾਰਾਂ ਦਾ ਲੇਖ ਲਿਖਿਆ ਹੈ, ਉਹਨਾਂ ਨੂੰ ਸਤਿਗੁਰ ਮਿਲਦਾ ਹੈ, ਉਹਨਾਂ ਨੂੰ ਪ੍ਰਭੂ ਮਿਲਦਾ ਹੈ। ਭਾਵ ਉਹ ਰੱਬ ਰੂਪ ਸਤਿਗੁਰੂ ਨੂੰ ਆ ਮਿਲਦੇ ਨੇ, ਉਹ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ। ਨਾਨਕ ਗੁਰ ਪ੍ਰਸਾਦੀ ਉਭਰੇ ਹਉਮੈ ਸ਼ਬਦ ਜਲਾਏ। ਇਹ ਨਾਨਕ ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਹਉਮੈ ਦੇ ਰੋਗ ਤੋਂ ਬਚ ਜਾਂਦੇ। ਦੇਖੋ ਹੁਣ ਹਉਮੈ ਦੇ ਰੋਗ ਤੋਂ ਬਚਣ ਦਾ ਸਾਧਨ ਕੀ ਹੈ? ਅਸੀਂ ਆਸਾ ਦੀ ਵਾਰ ਵਿੱਚ ਵੀ ਪੜਿਆ ਸੀ ਨਾ, ਹਉਮੈ ਦੀਰਘ ਰੋਗ ਹੈ, दारू की इसमा है, किरपा करे जे अपनी, जे गुरु रहमत करे प्रभु तै गुर का बचन कमाए। गुरु दे शब्द दी फिर बंदा कमाई कर। तां गुर प्रसादी उभरे, जो गुरु दे चरनां दी शरण विच आउंदे ने, हउमे शब्द जलाए, ਉਹ ਗੁਰੂ ਦੇ ਸ਼ਬਦ ਰਾਹੀਂ ਉਪਦੇਸ਼ ਰਾਹੀਂ ਆਪਣੀ ਹਉਮੈ ਨੂੰ ਸਾੜ ਦਿੰਦੇ, ਈਗੋ ਨੂੰ ਸਾੜ ਦਿੰਦੇ ਔਰ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦੇ ਰੋਗ ਤੋਂ ਬਚ ਜਾਂਦੇ ਨੇ। ਤਾਂ ਜੇ ਅਸੀਂ ਚਾਹੀਏ ਦੁਨੀਆ ਦਾ ਕੋਈ ਵੀ ਇਨਸਾਨ ਇਸ ਹਉਮੈ ਦੇ ਰੋਗ ਤੋਂ ਬਚਣਾ, ਤਾਂ ਉਹ ਗੁਰੂ ਦੇ ਬਚਨ ਮੁਤਾਬਕ ਜ਼ਿੰਦਗੀ ਜੀਵੇ, ਤਾਂ ਹਉਮੈ ਦੇ ਰੋਗ ਤੋਂ ਬੰਦਾ ਬਚ ਜਾਏਗਾ। ਔਰ ਇਹ ਹਉਮੈ ਇਹਦੇ ਅੰਦਰ ਸਵਾਭਿਮਾਨ ਦਾ ਰੂਪ ਧਾਰਨ ਕਰ ਜਾਏਗੀ, ਔਰ ਉਸ ਸਵਾਭਿਮਾਨ ਦੇ ਨਾਲ ਇਹ ਬੰਦਾ ਵਿਕਾਸ ਕਰੇਗਾ, ਜਿੰਨਾ ਮਰਜ਼ੀ ਮਹਾਨ ਹੋ ਜਾਏਗਾ, ਰੱਬ ਵਰਗਾ ਹੋ ਜਾਏਗਾ। ਤਾਂ ਗੁਰੂ ਦੇ ਬਚਨ ਮੁਤਾਬਕ ਚੱਲ ਕੇ ਹਉਮੈ ਸੜ ਜਾਂਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਦੇ ਅੰਦਰੋਂ ਹਉਮੈ ਸੜ ਗਈ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਕੁਛ ਤਾਂ ਬਾਹਰੋਂ ਨਿਸ਼ਾਨੀਆਂ ਦਿਸ ਜਾਂਦੀਆਂ ਨੇ ਕਿ ਉਹ ਨਿਮਰਤਾ ਨਾਲ ਬੋਲਦੇ ਨੇ, ਪਿਆਰ ਸਤਿਕਾਰ ਨਾਲ। ਪਰ ਜੇ ਮੈਂ ਆਪਣੀ ਹਉਮੈ ਨੂੰ ਵੇਖਣਾ ਹੋਵੇ ਕਿ ਮੇਰੇ ਅੰਦਰੋਂ ਹਉਮੈ ਸੜੀ ਹੈ ਕਿ ਨਹੀਂ ਸੜੀ, ਤਾਂ ਉਹਦੇ ਵਾਸਤੇ ਮੇਰੇ ਕੋਲ ਕਸਵੱਟੀ ਕੀ? ਤਾਂ ਮੈਨੂੰ ਇਹ ਵੇਖ ਲੈਣਾ ਚਾਹੀਦਾ ਸੈਲਫ ਐਨਾਲਿਸਿਸ ਕਰਕੇ ਕਿ ਮੇਰੀ ਜੋ ਸੋਚ ਹੈ ਗੁਰਬਾਣੀ ਅਨੁਸਾਰ ਹੈ ਜਾਂ ਨਹੀਂ। ਮੇਰਾ ਬੋਲ ਚਾਲ, ਮੇਰਾ ਬਿਹੇਵੀਅਰ ਗੁਰਬਾਣੀ ਤੇ ਪੂਰਾ ਉਤਰਦਾ ਹੈ, ਮੈਂ ਗੁਰੂ ਦੇ ਹਰ ਬਚਨ ਤੇ ਅਮਲ ਕਰਦਾ ਹਾਂ, ਤਾਂ ਮੈਨੂੰ ਸਮਝ ਲੈਣਾ ਚਾਹੀਦਾ ਕਿ ਮੇਰੇ ਅੰਦਰ ਹਉਮੈ ਨਹੀਂ ਹੈ, ਕਿਉਂਕਿ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹਾਂ। ਮੈਂ ਗੁਰੂ ਦੇ ਹਰ ਬਚਨ ਦੇ ਉੱਤੇ ਅਮਲ ਕਰਦਾ ਹਾਂ, ਗੁਰੂ ਦੇ ਗੱਲ ਨੂੰ ਮੰਨਦਾ ਹਾਂ। ਮੇਰੇ ਅੰਦਰ ਹਉਮੈ ਨਹੀਂ ਹੈ ਕਿਉਂਕਿ ਮੈਂ ਗੁਰੂ ਦੇ ਬਚਨਾਂ ਨੂੰ ਮੰਨ ਰਿਹਾ। ਤੇ ਜੇ ਮੇਰੀ ਸੋਚ ਗੁਰਬਾਣੀ ਅਨੁਸਾਰ ਨਹੀਂ, ਜੇ ਥੋੜਾ ਥੋੜਾ ਝੂਠ ਬੋਲਦਾ, ਹੰਕਾਰ ਕਰਕੇ ਕਿਸੇ ਨੂੰ ਨੀਵਾਂ ਦਿਖਾਉਂਦਾ, ਜਾਂ ਮੇਰੇ ਅੰਦਰ ਭਾਵਨਾਵਾਂ ਜਿਹੜੀਆਂ ਨੇ ਈਰਖਾ ਦਵੇਸ਼ ਕਰਨ ਵਾਲੀਆਂ ਨੇ, ਤਾਂ ਇਹਦਾ ਮਤਲਬ ਮੇਰੇ ਅੰਦਰ ਹਉਮੈ ਹੈ। ਮੈਂ ਗੁਰਬਾਣੀ ਨੂੰ ਫੋਲੋ ਨਹੀਂ ਕਰ ਰਿਹਾ, ਮੈਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨ ਰਿਹਾ। ਇਹ ਸਾਡੇ ਕੋਲ ਕਸਵੱਟੀ ਹੈ ਆਪਣੇ ਆਪਣੇ ਜੀਵਨ ਨੂੰ ਪਰਖਣ ਲਈ। ਇਸ ਲਈ ਜੇ ਹਰ ਬੰਦਾ ਆਪਣੇ ਜੀਵਨ ਨੂੰ ਪਰਖੇ, ਦੁਨੀਆ ਦਾ ਹਰ ਇਨਸਾਨ, ਤੇ ਜਿੱਥੇ ਕਿਤੇ ਕਮੀ ਪੇਸ਼ੀ ਉਹਨੂੰ ਦੂਰ ਕਰ ਲਵੇ, ਉਹਨੂੰ ਗੁਰੂ ਦੇ ਸ਼ਬਦ ਰਾਹੀਂ ਜਲਾ ਦੇ, ਉਸ ਚੀਜ਼ ਨੂੰ ਖਤਮ ਕਰ ਦੇਵੇ ਔਰ ਸਵਾਭਿਮਾਨੀ ਬਣੇ, ਨਾ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋਵੇ ਔਰ ਨਾ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋਵੇ, ਸਗੋਂ ਸਵਾਭਿਮਾਨੀ ਬਣ ਕੇ ਇਸ ਦੁਨੀਆ ਦੇ ਅੰਦਰ ਉਹ ਜੀ ਸਕਦਾ ਹੈ। ਪੌੜੀ। ਹਰ ਨਾਮ ਹਮਾਰਾ ਪ੍ਰਭ ਅਭਿਗਤ ਅਗੋਚਰ, ਅਬਿਨਾਸ਼ੀ ਪੁਰਖ ਵਿਧਾਤਾ। ਅਭਿਗਤ ਦਾ ਮਤਲਬ ਹੈਗਾ ਹੈ ਅਵਿਅਕਤ,
ਇਹਨੂੰ ਅਭਿਗਤ ਨਹੀਂ ਪੜਨਾ, ਵਿਗਤ ਦੇ ਨਾਲ ਅ ਜੋੜਨਾ ਹੈ, ਵਿਗਤ ਦੇ ਨਾਲ ਅਭਿਗਤ। ਅਭਿਗਤ ਦਾ ਮਤਲਬ ਹੈਗਾ ਅਵਿਅਕਤ, ਅਵਿਅਕਤ ਦਾ ਮਤਲਬ ਅਦ੍ਰਿਸ਼ਟ, ਜੋ ਦਿਸਦਾ ਨਹੀਂ, ਜਿਸ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ। ਤੇ ਅਗੋਚਰ ਦਾ ਮਤਲਬ ਅਗੋਚਰ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਤੇ ਵਿਧਾਤਾ ਦਾ ਮਤਲਬ ਹੈ ਪੈਦਾ ਕਰਨ ਵਾਲਾ, ਵਿਧਾਤਾ ਦਾ ਮਤਲਬ ਰਚਨਹਾਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਨਾਮ ਦਾ ਮਤਲਬ ਹਰੀ ਦਾ ਹੁਕਮ। ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜੋ ਨਾਸ਼ ਤੋਂ ਰਹਿਤ ਹੈ, ਜੋ ਹਰ ਥਾਂ ਤੇ ਵਿਆਪਕ ਹੈ, ਸਿਰਜਣਹਾਰ ਹੈ, ਉਹਦਾ ਹੁਕਮ ਹੀ ਸਾਡਾ ਰਾਖਾ ਹੈ। ਹਰਨਾਮ ਦਾ ਮਤਲਬ ਹਰੀ ਦਾ ਹੁਕਮ। ਜਿਹੜਾ ਪ੍ਰਭੂ ਅਦ੍ਰਿਸ਼ਟ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਨਾਸ਼ ਤੋਂ ਰਹਿਤ ਹੈ, ਹਰ ਥਾਂ ਤੇ ਵਿਆਪਕ ਹੈ, ਜਿਹੜਾ ਵਿਧਾਤਾ ਸਿਰਜਣਹਾਰ ਹੈ, ਉਹਦਾ ਹੁਕਮ ਸਾਡਾ ਰਾਖਾ ਹੈ। ਸਾਰਾ ਕੁਝ ਕਰਨ ਵਾਲਾ ਹੈ ਰੱਬ ਦਾ ਹੁਕਮ। ਔਰ ਇਹ ਚੀਜ਼ਾਂ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਵੀ ਚੁੱਕੇ ਹਾਂ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹ ਵੀ ਆਏ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ, ਉਤਪत्ति ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਲੈਤਾ ਹੋ ਰਹੀ ਹੈ। ਤਾਂ ਰੱਬ ਦਾ ਹੁਕਮ ਹੀ ਨਾ ਸਾਡਾ ਰਾਖਾ, ਸਾਡਾ ਪਾਲਣਹਾਰ। ਤਾਂ ਕਹਿਣ ਤੋਂ ਭਾਵ ਉਹ ਇਨਸਾਨ ਫਿਰ ਰੱਬ ਨਾਲ ਪਿਆਰ ਕਰਨ ਵਾਲੇ ਰੱਬੀ ਹੁਕਮ ਦੇ ਅੰਦਰ ਤੁਰਦੇ, ਔਰ ਰੱਬੀ ਹੁਕਮ ਵਿੱਚ ਤੁਰਨ ਵਾਲਾ ਹੀ ਆਤਮਕ ਮੌਤ ਔਰ ਵਿਕਾਰਾਂ ਤੋਂ ਬਚ ਪਾਉਂਦਾ। ਹਰ ਨਾਮ ਹਮ ਸ੍ਰੇਵਹਿ, ਹਰ ਨਾਮ ਹਮ ਪੂਜੈ, ਹਰ ਨਾਮੇ ਹੀ ਮਨ ਰਾਤਾ। ਸ੍ਰੇਵੇਂ ਦਾ ਮਤਲਬ ਸੇਵਦੇ ਹਾਂ, ਯਾਨੀ ਹਰੀ ਨਾਮ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ ਹਾਂ। ਹਰ ਨਾਮ ਹਮ ਪੂਜੈ, ਪੂਜੈ ਦਾ ਮਤਲਬ ਪੂਜਦੇ ਹਾਂ। ਹਰ ਨਾਮੇ ਹੀ ਮਨ ਰਾਤਾ ਦਾ ਮਤਲਬ ਮਨ ਹਰੀ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਸੀਂ ਹਰੀ ਦੇ ਹੁਕਮ ਨੂੰ ਹੀ ਸੇਵਦੇ ਹਾਂ, ਭਾਵ ਹਰੀ ਹੁਕਮ ਵਿੱਚ ਹੀ ਜ਼ਿੰਦਗੀ ਜੀਂਦੇ ਹਾਂ। ਹਰੀ ਹੁਕਮ ਨੂੰ ਅਸੀਂ ਪੂਜਦੇ ਹਾਂ ਮਤਲਬ ਹਰੀ ਹੁਕਮ ਦਾ ਹੀ ਅਸੀਂ ਆਦਰ ਕਰਦੇ ਹਾਂ। ਔਰ ਹਰੀ ਨਾਮ, ਹਰੀ ਦੇ ਹੁਕਮ ਦੇ ਅੰਦਰ ਹੀ ਮੇਰਾ ਮਨ ਰੰਗਿਆ ਰਹਿੰਦਾ ਹੈ। ਆਮ ਲੋਕ ਕੀ ਕਰ ਰਹੇ ਨੇ? ਆਮ ਲੋਕ ਕੋਈ ਮੰਤਰ ਰਟਨ ਕਰ ਰਹੇ ਨੇ, ਆਮ ਲੋਕ ਪੂਜ ਰਹੇ ਨੇ ਦੇਵੀ ਦੇਵਤਿਆਂ ਨੂੰ, ਪੀਰਾਂ ਕਬਰਾਂ ਮੜੀਆਂ ਨੂੰ, ਬਾਬਿਆਂ ਨੂੰ। ਔਰ ਆਮ ਲੋਕਾਂ ਦਾ ਮਨ ਕਿਸੇ ਦਾ ਵਿਕਾਰਾਂ ਵਿੱਚ ਰੰਗਿਆ ਹੈ, ਔਰ ਕਿਸੇ ਦਾ ਹੋਰ ਮੰਤਰਾਂ ਜੰਤਰਾਂ ਦੇ ਵਿੱਚ ਰੰਗਿਆ ਹੋਇਆ ਹੈ। ਗੁਰੂ ਜੀ ਕਹਿੰਦੇ ਨੇ ਅਸੀਂ ਹਰ ਨਾਮ ਹਮ ਸ੍ਰੇਵੇਂ, ਕਿ ਅਸੀਂ ਹਰੀ ਨਾਮ ਨੂੰ ਹੀ ਸੇਵਦੇ ਹਾਂ, ਭਾਵ ਹਰੀ ਦੇ ਹੁਕਮ ਵਿੱਚ ਹੀ ਜ਼ਿੰਦਗੀ ਜੀਂਦੇ ਹਾਂ। ਹਰ ਨਾਮ ਹਮ ਪੂਜੇ, ਨਾਮ ਨੂੰ ਹੀ ਪੂਜਦੇ ਹਾਂ, ਭਾਵ ਹਰੀ ਨਾਮ ਦਾ ਅਸੀਂ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਿਆਰ ਕਰਦੇ ਹਾਂ। ਹਰ ਨਾਮੇ ਹੀ ਮਨ ਰਾਤਾ, ਔਰ ਹਰੀ ਦੇ ਹੁਕਮ ਦੇ ਅੰਦਰ ਹੀ ਸਾਡਾ ਮਨ ਰੰਗਿਆ ਹੋਇਆ ਹੈ। ਹਰੀ ਹੁਕਮ ਦੇ ਪ੍ਰੇਮ ਵਿੱਚ ਮਨ ਰੰਗਿਆ ਹੋਇਆ ਹੈ। ਕਿਉਂ? ਹਰ ਨਾਮੇ ਜੀਵਨ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ। ਛਡਾਤਾ ਦਾ ਮਤਲਬ ਛਡਾਉਂਦਾ ਹੈ, ਅੰਤ ਦਾ ਮਤਲਬ ਅਖੀਰ ਨੂੰ। ਗੁਰੂ ਜੀ ਕਹਿੰਦੇ ਨੇ ਹਰੀ ਦੇ ਹੁਕਮ ਜਿਹੜੀ ਸ਼ੈ ਸਾਨੂੰ ਹੋਰ ਇਸ ਦੁਨੀਆ ਵਿੱਚ ਕੋਈ ਨਹੀਂ ਸੁਝਦੀ ਕਿ ਜੋ ਰੱਬੀ ਹੁਕਮ ਦਾ ਮੁਕਾਬਲਾ ਕਰ ਸਕੇ, ਜੋ ਰੱਬੀ ਹੁਕਮ ਦੇ ਬਰਾਬਰ ਦੀ ਹੋਵੇ। ਔਰ ਹੁਕਮ ਤੋਂ ਇਲਾਵਾ, ਹੁਕਮ ਤੋਂ ਬਾਹਰ ਕੰਮ ਕੀਤਿਆਂ ਸਾਨੂੰ ਆਤਮਕ ਮੌਤ ਤੋਂ, ਖਤਰਿਆਂ ਤੋਂ ਜਾਂ ਵਿਕਾਰਾਂ ਤੋਂ ਬਚਾ ਸਕੇ। ਕੋਈ ਐਸੀ ਕੋਈ ਹੋਰ ਸ਼ੈ ਹੈ? ਕੋਈ ਮੰਤਰ, ਕੋਈ ਜੰਤਰ, ਕੋਈ ਤੰਤਰ, ਕੋਈ ਟੂਣਾ, ਕੋਈ ਤਵੀਤ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਪੀਰ, ਕੋਈ ਬਾਬਾ, ਕੋਈ ਤੀਰਥ, ਕੋਈ ਕਰਮਕਾਂਡ ਹੈ ਐਸਾ ਕਿ ਜਿਹੜਾ ਕਰਨ ਦੇ ਨਾਲ ਬੰਦਾ ਵਿਕਾਰਾਂ ਤੋਂ ਬਚ ਜਾਏ? ਜੇ ਐਸਾ ਹੋ ਸਕਦਾ ਹੁੰਦਾ, ਜੇ ਐਸਾ ਹੋ ਸਕਦਾ ਹੁੰਦਾ ਤਾਂ ਫਿਰ ਇਹ ਸੰਸਾਰ ਜਿਹੜਾ ਹੈ ਬੜਾ ਸੁਹਾਵਣਾ ਹੋਣਾ ਸੀ ਬੰਦੇ ਦਾ ਜੀਵਨ। ਸੰਸਾਰ ਦਾ ਮਤਲਬ ਮਨੁੱਖਾਂ ਦੀ ਸੋਚ, ਮਨੁੱਖਾਂ ਦਾ ਬਿਹੇਵੀਅਰ। ਫਿਰ ਸਾਡੀ ਇਸ ਦੁਨੀਆ ਦੇ ਅੰਦਰ ਹੇਰਾ ਫੇਰੀ, ਚੋਰ ਬਜ਼ਾਰੀ, ਰਿਸ਼ਵਤਖੋਰੀ ਇਹ ਨਹੀਂ ਸੀ ਹੋਣੀ, ਕਿਉਂਕਿ ਕਰਮਕਾਂਡ ਤੇ ਸਾਰੇ ਲੋਕ ਕਰ ਰਹੇ ਨੇ। ਆਪੋ ਆਪਣੇ ਧਰਮ ਦੇ ਕਰਮ ਜਿੰਨੇ ਵੀ ਨੇ ਉਸ ਮਰਿਆਦਾ ਨੂੰ ਸਾਰੇ ਨਿਭਾ ਰਹੇ ਨੇ। ਹਿੰਦੂ ਵੀਰ ਨੇ, ਮੁਸਲਮਾਨ ਨੇ, ਸਿੱਖ ਈਸਾਈ ਨੇ, ਜੈਨੀ ਬੋਧੀ ਪਾਰਸੀ ਨੇ, ਸਾਰੇ ਆਪੋ ਆਪਣੇ ਧਰਮਾਂ ਦੇ ਧਰਮ ਗ੍ਰੰਥਾਂ ਨੂੰ ਵੀ ਪੜ੍ਹ ਰਹੇ ਨੇ,
ਆਪਣੇ ਧਰਮ ਸਥਾਨਾਂ ਵਿੱਚ ਵੀ ਜਾ ਰਹੇ ਨੇ, ਆਪੋ ਆਪਣੇ ਧਰਮ ਦੇ ਜੋ ਉਪਦੇਸ਼ ਨੇ ਉਹਨਾਂ ਦਾ ਰਟਨ ਵੀ ਕਰ ਰਹੇ ਨੇ, ਲੇਕਿਨ ਦੁਨੀਆ ਦੇ ਅੰਦਰ ਬਿਹੇਵੀਅਰ, ਸਾਡੀ ਬੋਲਚਾਲ, ਸਾਡੀ ਤੱਕਣੀ, ਉਹਨੂੰ ਅਸੀਂ ਵੇਖ ਰਹੇ ਹਾਂ। ਤਾਂ ਇਹ ਜੋ ਕਰਮ ਕਾਂਡ ਨੇ ਬਾਹਰੀ, ਉਹ ਸਾਨੂੰ ਵਿਕਾਰਾਂ ਤੋਂ ਨਹੀਂ ਬਚਾ ਸਕੇ, ਸਾਡੀ ਸੋਚ ਦੀ ਖਲਾਸੀ ਵਿਕਾਰਾਂ ਤੋਂ ਨਹੀਂ ਕਰਾ ਸਕੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਹਰ ਨਾਮੈ ਜੇਵਟ ਕੋਈ ਅਵਰ ਨਾ ਸੂਝੇ, ਰੱਬੀ ਹੁਕਮ ਤੋਂ ਬਾਹਰ ਮੈਨੂੰ ਕੁਛ ਐਸਾ ਨਹੀਂ ਸੁਝਦਾ ਜੋ ਬੰਦੇ ਨੂੰ ਆਤਮਿਕ ਮੌਤ ਤੋਂ ਬਚਾ ਸਕੇ, ਵਿਕਾਰਾਂ ਤੋਂ ਬਚਾ ਸਕੇ। ਹਰ ਨਾਮੋਂ ਅੰਤ ਛਡਾਤਾ, ਅਖੀਰ ਨੂੰ ਰੱਬ ਦਾ ਹੁਕਮ, ਰੱਬੀ ਹੁਕਮ ਵਿੱਚ ਤੁਰਿਆ ਹੀ ਬੰਦਾ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹੈ। ਰੱਬੀ ਹੁਕਮ ਜਾਂ ਰੱਬੀ ਗੁਣਾਂ ਨੂੰ ਗਾਣਾ, ਰੱਬੀ ਗੁਣਾਂ ਦੇ ਧਾਰਨੀ ਹੋ ਕੇ ਰੱਬ ਦੀ ਸਿਫਤ ਸਲਾਹ ਕਰਕੇ ਹੀ ਬੰਦਾ ਬਚ ਸਕਦਾ। ਤਾਂ ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਿਕਾਰਾਂ ਤੋਂ ਬਚੀਏ ਤਾਂ ਰੱਬੀ ਰਜ਼ਾ ਨੂੰ ਸਮਝੀਏ, ਰੱਬੀ ਗੁਣਾਂ ਦੇ ਧਾਰਨੀ ਹੋਈਏ। ਤੇ ਜੇ ਰੱਬੀ ਰਜ਼ਾ ਸਾਨੂੰ ਨਹੀਂ ਸਮਝ ਆਉਂਦੀ, ਕਈ ਵਾਰ ਹੁੰਦਾ ਨਾ ਕਿ ਨਹੀਂ ਸਮਝ ਆਉਂਦੀ ਕਿਸੇ ਸ਼ਬਦ ਦੀ, ਤਾਂ ਉਹਦੇ ਵਾਸਤੇ ਸਾਡੇ ਕੋਲ ਸੌਖੀ ਸ਼ਬਦਾਵਲੀ ਹੈ। ਅਸੀਂ ਇਹ ਚੀਜ਼ ਨਾਲ ਐਵੇਂ ਸਮਝ ਸਕਦੇ ਹਾਂ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਵੇ ਆਫ ਲਾਈਫ ਦੇ ਰਹੇ ਨੇ, ਜੀਵਨ ਦਾ ਢੰਗ, ਉਸ ਜੀਵਨ ਢੰਗ ਨੂੰ ਅਪਣਾ ਕੇ ਬੰਦਾ ਵਿਕਾਰਾਂ ਤੋਂ ਬਚ ਸਕਦਾ ਹੈ। ਜੋ 6 ਗੱਲਾਂ ਅਸੀਂ ਰੋਜ਼ ਸਾਂਝੀਆਂ ਕਰ ਰਹੇ ਹਾਂ, ਅੱਖਾਂ ਨਾਲ ਵੇਖਣਾ ਕੀ ਹੈ, ਕੰਨਾਂ ਨਾਲ ਸੁਣਨਾ, ਤਾਂ ਰੱਬੀ ਹੁਕਮ ਦੇ ਅੰਦਰ ਦੇ ਚੱਲੀਏ ਤਾਂ ਬੰਦਾ ਵਿਕਾਰਾਂ ਤੋਂ, ਪਾਪਾਂ ਤੋਂ ਬਚ ਸਕਦਾ ਹੈ। ਹਰ ਨਾਮ ਦਿਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਰ ਨਾਮ ਦਾ ਮਤਲਬ ਹਰੀ ਦਾ ਹੁਕਮ ਜਾਂ ਹਰੀ ਦੀ ਸਿਫਤ ਸਲਾਹ, ਰੱਬੀ ਗੁਣ ਗਾਣੇ, ਰੱਬ ਦੀ ਰਜ਼ਾ ਵਿੱਚ ਤੁਰਨਾ। ਇਹ ਦਾਤ ਕਿੰਨੇ ਦਿੱਤੀ ਹੈ? ਹਰ ਨਾਮ ਦਿਆ ਗੁਰ ਪਰ ਉਪਕਾਰੀ, ਗੁਰੂ ਜੋ ਪਰ ਉਪਕਾਰ ਕਰਨ ਵਾਲਾ ਹੈ, ਪਰ ਉਪਕਾਰੀ ਗੁਰੂ ਨੇ ਇਹ ਸਾਨੂੰ ਨਾਮ ਦੀ ਸੂਝ ਬਖਸ਼ੀ ਹੈ, ਰੱਬੀ ਹੁਕਮ ਦੀ ਸੂਝ ਬਖਸ਼ੀ ਹੈ, ਰੱਬੀ ਹੁਕਮ ਦੀ ਮਹਾਨਤਾ ਬਖਸ਼ੀ ਹੈ, ਰੱਬ ਦੀ ਸਿਫਤ ਸਲਾਹ ਦੀ ਦਾਤ ਸਾਨੂੰ ਦਿੱਤੀ ਹੈ। ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਇਸ ਸ਼ਬਦ ਦੇ ਅਰਥ ਦੋ ਤਰ੍ਹਾਂ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ ਕਿ ਗੁਰੂ ਦਾ ਮਾਂ ਪਿਓ ਧੰਨ ਧੰਨ ਹੈ, ਇੱਕ ਤਾਂ ਇਸ ਤਰ੍ਹਾਂ ਅਰਥ ਕੀਤੇ ਨੇ, ਤੇ ਦੂਜੇ ਅਰਥ ਇਹ ਨੇ ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਕਿ ਧੰਨ ਹੈ ਗੁਰੂ, ਗੁਰੂ ਦਾ ਧੰਨਵਾਦ, ਗੁਰੂ ਹੀ ਮੇਰੀ ਮਾਂ ਹੈ, ਗੁਰੂ ਹੀ ਮੇਰੀ ਪਿਤਾ ਹੈ, ਯਾਨੀ ਮਾਤਾ ਔਰ ਪਿਤਾ ਸਰੂਪ ਗੁਰੂ ਦਾ ਧੰਨਵਾਦ। ਜਿਸ ਗੁਰੂ ਨੇ ਮੈਨੂੰ ਨਾਮ ਦੀ ਦਾਤ ਬਖਸ਼ੀ, ਜਿਸ ਗੁਰੂ ਨੇ ਮੈਨੂੰ ਰੱਬੀ ਸੂਝ ਬਖਸ਼ੀ, ਰੱਬ ਦੀ ਸਿਫਤ ਸਲਾਹ ਬਖਸ਼ੀ, ਉਸ ਮਾਤਾ ਪਿਤਾ ਰੂਪ ਗੁਰੂ ਦਾ ਧੰਨਵਾਦ। ਹੋਂ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜਿਤ ਮਿਲੇ ਹਰ ਨਾਮ ਮੈਂ ਜਾਤਾ। ਜਾਤਾ ਦਾ ਮਤਲਬ ਜਾਣਿਆ, ਪਛਾਣਿਆ, ਸੂਝ ਆਈ। ਮੈਂ ਆਪਣੇ ਸਤਿਗੁਰ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਹੁਕਮ ਦੀ ਸਮਝ ਪਈ। ਹਰ ਨਾਮ ਮੈਂ ਜਾਤਾ ਦਾ ਮਤਲਬ ਹਰੀ ਦੇ ਹੁਕਮ ਨੂੰ ਸਮਝਿਆ, ਰੱਬ ਦੀ ਸਿਫਤ ਸਲਾਹ ਨੂੰ ਸਮਝਿਆ, ਰੱਬ ਦੇ ਹੁਕਮ ਦੀ ਮਹਾਨਤਾ ਨੂੰ ਮੈਂ ਜਾਣਿਆ ਕਿ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਹੈ। ਮੈਂ ਉਸ ਹੁਕਮ ਨੂੰ ਸਮਝਿਆ, ਮੈਂ ਰੱਬ ਦੀ ਸਿਫਤ ਸਲਾਹ ਦੀ ਮਹਾਨਤਾ ਨੂੰ ਜਾਣਿਆ। ਮੈਂ ਉਸ ਆਪਣੇ ਗੁਰੂ ਤੋਂ ਕੁਰਬਾਨ ਵਾਰਨੇ ਸਦਕੇ ਹਾਂ, ਸਦਾ ਨਮਸਕਾਰ ਕਰਦਾ ਹਾਂ, ਸਦਾ ਮੈਂ ਗੁਰੂ ਦੀ ਰਜ਼ਾ ਦੇ ਅੰਦਰ ਤੁਰਦਾ ਹਾਂ। ਜਿਸ ਗੁਰੂ ਦੇ ਮਿਲਨ ਕਰਕੇ ਮੈਨੂੰ ਇਹ ਸੂਝ ਮਿਲੀ, ਰੱਬੀ ਹੁਕਮ ਦੀ, ਰੱਬੀ ਸਿਫਤ ਸਲਾਹ ਦੀ ਮਹਾਨਤਾ ਦਾ ਪਤਾ ਲੱਗਿਆ ਔਰ ਮੈਂ ਇਸ ਰਾਸਤੇ ਨੂੰ ਅਪਣਾਇਆ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਸੇਵ ਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ। ਗੁਰਮੁਖ ਦਾ ਮਤਲਬ ਗੁਰੂ, ਸੇਵ ਨਾ ਕੀਨੀਆਂ ਦਾ ਮਤਲਬ ਸੇਵਾ ਨਾ ਕੀਤੀ, ਭਾਵ ਗੁਰੂ ਦੇ ਦੱਸੇ ਰਾਹ ਤੇ ਨਾ ਤੁਰੇ। ਹਰ ਨਾਮ ਦਾ ਮਤਲਬ ਹਰੀ ਨਾਮ ਵਿੱਚ, ਰੱਬ ਦੀ ਸਿਫਤ ਸਲਾਹ ਵਿੱਚ ਲੱਗੋ ਨਾ ਲੱਗੋ ਪਿਆਰ ਦਾ ਮਤਲਬ ਪਿਆਰ ਨਾ ਲੱਗਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਮੀਨਸ ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਿਆ, ਗਿਆਨ ਗੁਰੂ ਦੀ ਅਗਵਾਈ ਵਿੱਚ ਜਿਸ ਨੇ ਜ਼ਿੰਦਗੀ ਨਹੀਂ ਜੀਵੀ, ਹਰ ਨਾਮ ਨਾ ਲੱਗੋ ਪਿਆਰ। ਔਰ ਜਿਸ ਮਨੁੱਖ ਦਾ ਰੱਬ ਦੀ ਸਿਫਤ ਸਲਾਹ, ਰੱਬੀ ਗੁਣਾਂ ਵਿੱਚ ਔਰ ਰੱਬੀ ਹੁਕਮ ਦੇ ਅੰਦਰ ਪਿਆਰ ਨਹੀਂ ਲੱਗਿਆ, ਰੱਬੀ ਰਜ਼ਾ ਨਾਲ ਪਿਆਰ ਨਹੀਂ ਕੀਤਾ, ਜੋ ਰੱਬ ਦੇ ਗੁਣ ਨੇ, ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਜਿੰਨੇ ਵੀ ਇਹ ਗੁਣ ਨੇ, ਉਹਨਾਂ ਗੁਣਾਂ ਨਾਲ ਪਿਆਰ ਵੀ ਨਹੀਂ ਕੀਤਾ, ਗੁਰੂ ਦੇ ਦੱਸੇ ਰਾਹ ਤੇ ਵੀ ਜੋ ਨਹੀਂ ਚੱਲਿਆ। ਸ਼ਬਦੈ ਸਾਧ ਨਾ ਆਇਓ, ਜਿਹਨੂੰ ਗੁਰੂ ਦੇ ਸ਼ਬਦ ਦਾ ਰਸ ਵੀ ਨਾ ਆਇਆ।
ਹੁਣ ਗੁਰੂ ਦੇ ਸ਼ਬਦ ਦਾ ਮਤਲਬ ਉਪਦੇਸ਼, ਸ਼ਬਦ ਦਾ ਮਤਲਬ ਗੁਰੂ ਦੀ ਵਿਚਾਰਧਾਰਾ, ਫਿਲਾਸਫੀ। ਹੁਣ ਜਿਸ ਨੂੰ ਗੁਰੂ ਦੀ ਵਿਚਾਰਧਾਰਾ ਦਾ ਰਸ ਵੀ ਨਹੀਂ ਆਇਆ, ਗੁਰੂ ਦੀ ਵਿਚਾਰਧਾਰਾ ਦਾ ਰਸ ਕਿਹਨੂੰ ਆਏਗਾ? ਜਿਹੜਾ ਉਸ ਵਿਚਾਰਧਾਰਾ ਨੂੰ ਅਪਣਾਏਗਾ। ਹੁਣ ਦੇਖੋ, ਸੱਚ ਦਾ ਰਸ ਤਾਂ ਆਏਗਾ ਨਾ ਜੇ ਅਸੀਂ ਸੱਚ ਬੋਲਾਂਗੇ। ਸੱਚ ਬੋਲਾਂਗੇ, ਇੱਕ ਦੂਜੇ ਨਾਲ ਵਿਸ਼ਵਾਸ ਨਾਲ, ਪਿਆਰ ਦੇ ਨਾਲ ਜੀਵਾਂਗੇ, ਤਾਂ ਵਿਸ਼ਵਾਸ ਔਰ ਪਿਆਰ ਵਾਲੇ ਮਿਲਵਰਤਨ ਦੇ ਵਿੱਚੋਂ ਜਿਹੜਾ ਸੁੱਖ ਪੈਦਾ ਹੋਏਗਾ, ਉਹ ਸੁੱਖ ਤੇ ਤਾਂ ਹੀ ਅਸੀਂ ਮਾਣਾਂਗੇ ਨਾ ਜੇ ਸੱਚਾ ਵਿਹਾਰ ਕਰਾਂਗੇ, ਇੱਕ ਦੂਜੇ ਨਾਲ ਪਿਆਰ ਕਰਾਂਗੇ। ਤੇ ਜੇ ਇੱਕ ਦੂਜੇ ਨਾਲ ਪਿਆਰ ਹੀ ਨਾ ਕਰੀਏ, ਸੱਚਾ ਵਿਹਾਰ ਹੀ ਨਾ ਕਰੀਏ, ਤਾਂ ਸੱਚ ਦਾ ਔਰ ਪਿਆਰ ਦਾ ਰਸ ਕਿੱਥੋਂ ਆਉਣਾ? ਸ਼ਬਦੇ ਸਾਧ ਨਾ ਆਇਓ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਨਹੀਂ ਆਇਆ, ਭਾਵ ਜਿਨ੍ਹਾਂ ਨੇ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਮਰ ਜਨਮੇ ਵਾਰੋ ਵਾਰ। ਮਰ ਜਨਮੇ ਦਾ ਮਤਲਬ ਜੰਮਦਾ ਮਰਦਾ ਹੈ, ਜਨਮ ਮਰਨ ਦਾ ਮਤਲਬ ਪਸ਼ੂ ਬਿਰਤੀਆਂ ਵਿੱਚ ਪੈ ਜਾਂਦਾ ਹੈ। ਵਾਰੋ ਵਾਰ ਦਾ ਮਤਲਬ ਬਾਰ-ਬਾਰ, ਹਰ ਵਾਰ, ਹਰ ਸਮੇਂ। ਵਾਰੋ ਵਾਰ ਦਾ ਮਤਲਬ ਹਰ ਸਮੇਂ। ਉਹ ਬੰਦਾ ਹਰ ਸਮੇਂ ਹੀ ਪਸ਼ੂ ਬਿਰਤੀਆਂ ਵਿੱਚ ਪਿਆ ਰਹਿੰਦਾ। ਉਸ ਬੰਦੇ ਦੇ ਅੰਦਰ ਕਦੇ ਕੋਈ ਪਸ਼ੂ ਬਿਰਤੀ ਪੈਦਾ ਹੋ ਗਈ, ਕਦੇ ਕੋਈ ਪਸ਼ੂ ਬਿਰਤੀ ਪੈਦਾ ਹੋ ਗਈ, ਉਹ ਸਾਰਾ ਦਿਨ ਜਨਮ ਮਰਨ ਵਿੱਚ ਹੀ ਪਿਆ ਰਹਿੰਦਾ। 17 ਵਾਰੀ ਜੰਮਦਾ ਹੈ ਤੇ 18 ਵਾਰੀ ਮਰਦਾ ਹੈ। ਮਨਮੁਖ ਅੰਧ ਨਾ ਚੇਤਈ, ਕਿਤ ਆਇਆ ਸੈਸਾਰ। ਮਨਮੁਖ ਦਾ ਮਤਲਬ ਆਪ ਖੁਦਰਾ, ਅੰਧ ਦਾ ਮਤਲਬ ਅੰਨਾ ਯਾਨੀ ਅਗਿਆਨੀ, ਨਾ ਚੇਤਈ ਦਾ ਮਤਲਬ ਚੇਤ ਦਾ ਨਹੀਂ, ਯਾਦ ਨਹੀਂ ਰੱਖਦਾ। ਕਿਤ ਦਾ ਮਤਲਬ ਕਾਦੇ ਲਈ, ਸੈਸਾਰ ਦਾ ਮਤਲਬ ਸੰਸਾਰ ਵਿੱਚ। ਜਿਹੜਾ ਅਗਿਆਨੀ ਆਪ ਖੁਦਰਾ ਮਨੁੱਖ ਹਰੀ ਨੂੰ ਯਾਦ ਨਹੀਂ ਕਰਦਾ, ਮਤਲਬ ਰੱਬੀ ਗੁਣਾਂ ਨੂੰ ਜੋ ਯਾਦ ਨਹੀਂ ਕਰਦਾ, ਜਿਹਦੇ ਯਾਦ ਅੰਦਰ, ਜਿਹਦੇ ਚਿੱਤ ਅੰਦਰ ਸਤ ਸੰਤੋਖ ਆਦਿਕ ਗੁਣ ਨਹੀਂ ਹਨ। ਕਿਤ ਆਇਆ ਸੈਸਾਰ, ਉਹ ਸੰਸਾਰ ਵਿੱਚ ਕਾਦੇ ਲਈ ਆਇਆ, ਭਾਵ ਉਹਦਾ ਸੰਸਾਰ ਵਿੱਚ ਆਉਣ ਦਾ ਲਾਭ ਕੀ? ਜੋ ਆਪ ਖੁਦਰਾ ਮਨੁੱਖ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਹੀਂ ਜੀਂਦਾ, ਜੋ ਰੱਬੀ ਰਜ਼ਾ ਮੁਤਾਬਕ ਜੀਵਨ ਨਹੀਂ ਗੁਜ਼ਾਰਦਾ, ਜੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ, ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ, ਜੋ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਦਾ, ਉਹਦਾ ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ? ਉਹਦਾ ਸੰਸਾਰ ਨੂੰ ਕੋਈ ਲਾਭ ਹੈ ਜੀ? ਸਮਾਜ ਨੂੰ, ਸਮਾਜ ਨੂੰ ਕੀ ਲਾਭ ਹੈ? ਕਿਉਂਕਿ ਉਹਨੇ ਬੁਰਾਈਆਂ ਫੈਲਾਣੀਆਂ, ਉਹਨੇ ਈਰਖਾ ਫੈਲਾਣੀ, ਉਹਨੇ ਜਾਤੀਵਾਦ ਫੈਲਾਣਾ ਹੈ। ਇੱਕ ਤਾਂ ਸੰਸਾਰ ਦੇ ਲੋਕਾਂ ਦਾ ਨੁਕਸਾਨ ਕਰੇਗਾ, ਤੇ ਦੂਜਾ ਉਹ ਆਪ ਵੀ ਅਸ਼ਾਂਤ ਰਹੇਗਾ, ਤਾਂ ਉਹਦਾ ਸੰਸਾਰ ਵਿੱਚ ਆਉਣ ਦਾ ਲਾਭ ਕੀ ਹੈ? ਇਸ ਲਈ ਇਹ ਚੀਜ਼ਾਂ ਹਰ ਇਨਸਾਨ ਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਮੇਰੀ ਜ਼ਿੰਦਗੀ ਦਾ ਲਾਭ ਕੀ ਹੈ, ਮੈਨੂੰ ਵੀ, ਮੇਰੇ ਪਰਿਵਾਰ ਨੂੰ ਵੀ, ਔਰ ਇਸ ਸਮਾਜ ਨੂੰ ਵੀ। ਜਦੋਂ ਜ਼ਿੰਦਗੀ ਜੀ ਰਹੇ ਹਾਂ ਤਾਂ ਇਹਦੇ ਤੋਂ ਲਾਭ ਲੈਣਾ ਚਾਹੀਦਾ ਨਾ, ਖੁਸ਼ ਰਹਿਣਾ ਚਾਹੀਦਾ ਹੈ, ਆਨੰਦ ਵਿੱਚ ਰਹਿਣਾ ਚਾਹੀਦਾ ਹੈ, ਚੰਗੇ ਕੰਮ ਕਰਨੇ ਚਾਹੀਦੇ ਨੇ, ਵਿਕਾਸ ਕਰਨਾ ਚਾਹੀਦਾ ਹੈ, ਇਨਸਾਨੀਅਤ ਪੈਦਾ ਕਰਨੀ ਚਾਹੀਦੀ ਹੈ। ਉਹਦੇ ਨਾਲ ਸਾਨੂੰ ਆਪ ਵੀ ਸ਼ਾਂਤੀ ਮਿਲੇਗੀ, ਸਾਡੇ ਪਰਿਵਾਰ ਅੰਦਰ ਵੀ ਸ਼ਾਂਤੀ ਆਏਗੀ, ਸਮਾਜ ਨੂੰ ਵੀ ਖੁਸ਼ੀ ਮਿਲੇਗੀ। ਤਾਂ ਲਾਭ ਉਹਦਾ ਹੀ ਹੈ ਨਾ ਜਿਨ੍ਹਾਂ ਨੇ ਕੁਝ ਚੰਗਾ ਕੀਤਾ ਹੈ। ਗੁਰੂ ਸਾਹਿਬਾਨ ਨੇ, ਭਗਤ ਜਨ ਨੇ, ਭੱਟ ਜਨ ਨੇ, ਗੁਰਸਿੱਖ ਨੇ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਮਹਾਨਤਾ ਹੈ ਨਾ ਉਹਨਾਂ ਦੇ ਜੀਵਨ ਦੀ, ਮਹਾਨਤਾ ਹੈ ਉਹਨਾਂ ਦੇ ਜੀਵਨ ਦੀ, ਸੰਸਾਰ ਨੂੰ ਲਾਭ ਹੈ ਉਹਨਾਂ ਦੇ ਇਸ ਸੰਸਾਰ ਵਿੱਚ ਆਉਣ ਦਾ। ਜਿਹੜੇ ਡਾਕਟਰ, ਇੰਜੀਨੀਅਰ, ਵਿਗਿਆਨਿਕ ਨੇ, ਜਿਨ੍ਹਾਂ ਨੇ ਮਹਾਨ ਵੱਡੀਆਂ ਖੋਜਾਂ ਕੀਤੀਆਂ ਨੇ, ਉਹਨਾਂ ਦਾ ਲਾਭ ਹੈ ਨਾ ਸੰਸਾਰ ਵਿੱਚ ਆਉਣ ਦਾ। ਅਸੀਂ ਉਹਨਾਂ ਤੋਂ ਲਾਭ ਲੈ ਰਹੇ ਹਾਂ, ਮੋਬਾਈਲ ਯੂਜ਼ ਕਰ ਰਹੇ ਹਾਂ। ਦੇਖੋ ਕਿੰਨਾ ਲਾਭ ਹੈ ਕਿ ਹੁਣ ਤੁਹਾਡੇ ਵਿੱਚੋਂ ਕੋਈ ਅਮਰੀਕਾ ਬੈਠਾ ਹੈ, ਕੋਈ ਕੈਨੇਡਾ ਬੈਠਾ ਹੈ, ਇੰਗਲੈਂਡ ਬੈਠਾ ਹੈ, ਇੰਡੀਆ, ਲੇਕਿਨ ਅਸੀਂ ਇੱਕ ਦੂਜੇ ਦੇ ਨਾਲ ਰੂਬਰੂ ਹਾਂ। ਉਹਦੇ ਆਉਣ ਦਾ ਲਾਭ ਹੋ ਗਿਆ ਨਾ, ਜਿਸ ਬੰਦੇ ਨੇ ਇਹਨਾਂ ਚੀਜ਼ਾਂ ਦੀ ਖੋਜ ਕੀਤੀ। ਇਹਦਾ ਲਾਭ ਉਹਨੂੰ ਇਕੱਲੇ ਨਹੀਂ ਹੋਇਆ, ਸਾਨੂੰ ਵੀ ਲਾਭ ਹੋਇਆ ਨਾ, ਉਹਦੇ ਆਉਣ ਦਾ ਕੋਈ ਤੇ ਲਾਭ ਹੋਇਆ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿਹੜਾ ਇਨਸਾਨ ਆਪ ਖੁਦਰਾ ਹੈ, ਰੱਬ ਦੀ ਸਿਫਤ ਸਲਾਹ ਨਹੀਂ ਕਰਦਾ, ਜਿਹਦੇ ਹਿਰਦੇ ਵਿੱਚ ਰੱਬ ਦੇ ਗੁਣ ਨਹੀਂ ਹਨ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਤਾਂ ਉਹਦੇ ਸੰਸਾਰ ਵਿੱਚ ਆਉਣ ਦਾ ਲਾਭ ਕੀ ਹੈ? ਨਾਨਕ ਜਿਨ ਕੋ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ। ਜਿਨ੍ਹਾਂ ਮਨੁੱਖਾਂ ਤੇ ਮਿਹਰ ਦੀ ਨਜ਼ਰ ਕਰਦਾ ਹੈ, ਸੇ ਗੁਰਮੁਖ ਦਾ ਮਤਲਬ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ।
ਲੰਘੇ ਪਾਰ ਦਾ ਮਤਲਬ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ, ਚਿੰਤਾਵਾਂ ਤੋਂ ਪਾਰ ਲੰਘ ਜਾਂਦੇ ਨੇ, ਵਿਕਾਰਾਂ ਤੋਂ ਪਾਰ ਲੰਘ ਜਾਂਦੇ ਨੇ, ਪਾਪਾਂ ਅਪਰਾਧਾਂ ਤੋਂ ਪਾਰ ਲੰਘਦੇ ਨੇ, ਨੈਗੇਟਿਵਿਟੀ ਤੋਂ ਪਾਰ ਲੰਘਦੇ ਨੇ। ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਰੱਬੀ ਰਹਿਮਤ ਦੇ ਨਾਲ ਇਹਨਾਂ ਵਿਕਾਰਾਂ, ਪਾਪਾਂ, ਅਪਰਾਧਾਂ, ਨਕਾਰਾਤਮਕਤਾ ਔਰ ਬੁਰਾਈਆਂ ਚੋਂ ਪਾਰ ਲੰਘ ਜਾਂਦੇ। ਭਾਵ ਕਿ ਉਹ ਇਸ ਵਿਕਾਰਾਂ ਦੇ ਅੰਦਰ ਡੁੱਬਦੇ ਨਹੀਂ, ਸੰਸਾਰ ਅੰਦਰ ਜ਼ਿੰਦਗੀ ਜੀਂਦੇ ਵਿਕਾਰਾਂ ਤੋਂ ਨਿਰਲੇਪ ਜ਼ਿੰਦਗੀ ਜੀਂਦੇ। ਔਰ ਐਸੀ ਜ਼ਿੰਦਗੀ ਜੀਣੀ ਸਾਡਾ ਹਰ ਇਨਸਾਨ ਦਾ ਹੱਕ ਵੀ ਹੈ ਔਰ ਸਾਡਾ ਹਰ ਇਨਸਾਨ ਦਾ ਫਰਜ਼ ਵੀ ਹੈ। ਖਾਸ ਕਰ ਜੋ ਅਸੀਂ ਬਾਣੀ ਪੜ੍ਹਨ, ਸੁਣਨ, ਵਿਚਾਰਨ ਵਾਲੇ ਹਾਂ, ਸਾਡਾ ਇਹ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਰੋਲ ਮਾਡਲ ਹੋ ਕੇ ਜੀਵੀਏ, ਜਿਸ ਕਰਕੇ ਸਾਨੂੰ, ਸਾਡਾ ਕਿਸੇ ਹੋਰ ਨੂੰ ਵੀ ਲਾਭ ਹੋ ਸਕੇ ਔਰ ਇਹ ਸੰਸਾਰ ਵੀ ਸਵਰਗ ਹੋ ਸਕੇ। ਅਸੀਂ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਦੇ ਹਰ ਕੋਨੇ ਤੱਕ ਪਹੁੰਚਾ ਸਕੀਏ। ਮਹਿਲਾ ਤੀਜਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ, ਮੋਹ ਪਿਆਸ। ਇਹਨੂੰ ਮੋਹੇ ਨਹੀਂ ਪੜ੍ਹਨਾ, ਮੋਹ। ਮੋਹ ਦਾ ਮਤਲਬ ਮੋਹ ਵਿੱਚ, ਜਗ ਸੂਤਾ ਦਾ ਮਤਲਬ ਜਗਤ ਸੁੱਤਾ ਹੋਇਆ ਹੈ। ਸੁੱਤੇ ਹੋਣ ਦਾ ਇਹ ਨਹੀਂ ਵੀ ਅੱਖਾਂ ਬੰਦ ਕਰਕੇ ਪਿਆ ਹੀ ਹੋਇਆ, ਸੁੱਤੇ ਦਾ ਮਤਲਬ ਅਚੇਤ ਹੈ, ਬੇਖਬਰ ਹੈ। ਇੱਕ ਸਤਿਗੁਰੂ ਹੀ ਸੁਚੇਤ ਹੈ, ਹੋਰ ਸਾਰਾ ਸੰਸਾਰ ਮਾਇਆ ਦੇ ਮੋਹ ਔਰ ਤ੍ਰਿਸ਼ਨਾ ਦੇ ਅੰਦਰ ਸੁੱਤਾ ਹੋਇਆ ਹੈ, ਅਚੇਤ ਹੈ, ਬੇਖਬਰ ਹੈ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਔਰ ਮੈਂ ਕੀ ਕਰ ਰਿਹਾ ਹਾਂ। ਵਾਸਤਵ ਦੇ ਵਿੱਚ ਜਦੋਂ ਅਸੀਂ ਨਿਸ਼ਪਕਸ਼ਤਾ ਦੇ ਨਾਲ, ਇਮਾਨਦਾਰੀ ਦੇ ਨਾਲ ਵੇਖਦੇ ਹਾਂ ਤਾਂ ਅਸੀਂ ਕਿੰਨੇ ਬੇਖਬਰ ਹਾਂ। ਆਮ ਬੰਦਾ ਕਿੰਨਾ ਬੇਖਬਰ ਹੈ ਕਿ ਜੋ ਮੈਂ ਨੈਗੇਟਿਵ ਬੋਲ ਰਿਹਾ ਹਾਂ, ਮੇਰੇ ਉੱਤੇ ਉਹਨਾਂ ਦਾ ਕਿੰਨਾ ਮਾੜਾ ਅਸਰ ਪੈ ਰਿਹਾ ਹੈ। ਜੋ ਮੈਂ ਕ੍ਰੋਧ ਵਾਲੇ, ਈਰਖਾ ਵਾਲੇ, ਵਿਕਾਰਾਂ ਵਾਲੇ ਬੋਲ ਰਿਹਾ ਹਾਂ, ਉਹਨਾਂ ਦਾ ਸਮਾਜ ਉੱਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ। ਮੇਰੇ ਬੋਲਾਂ ਦਾ ਮੇਰੇ ਬੱਚਿਆਂ ਤੇ, ਮੇਰੀ ਆਉਣ ਵਾਲੀ ਪੀੜ੍ਹੀ ਤੇ ਕਿੰਨਾ ਅਸਰ ਪੈ ਰਿਹਾ ਹੈ। ਬੇਖਬਰ ਹੈ ਨਾ ਬੰਦਾ। ਮੋਹ ਦੇ ਅੰਦਰ, ਸਵਾਰਥ ਦੇ ਅੰਦਰ ਬੰਦਾ ਬੇਖਬਰ ਆਪਣੇ ਪਰਿਵਾਰ ਨੂੰ ਵਸਾਉਣ ਲਈ ਦੂਜਿਆਂ ਦੇ ਪਰਿਵਾਰਾਂ ਨੂੰ ਬਰਬਾਦ ਕਰ ਰਿਹਾ ਹੈ। ਕਿੰਨਾ ਬੇਖਬਰ ਹੈ ਬੰਦਾ ਕਿ ਆਪ ਤੇ ਖੁਸ਼ ਰਹਿਣਾ ਚਾਹੁੰਦਾ ਹੈ, ਲੇਕਿਨ ਆਪਣੀ ਖੁਸ਼ੀ ਦੂਜਿਆਂ ਨੂੰ ਦੁੱਖ ਦੇ ਕੇ ਪੈਦਾ ਕਰਨਾ ਹੈ। ਇਹ ਬੇਖਬਰੀ ਤੇ ਹੈ, ਇਹ ਸੁੱਤਾ ਹੋਇਆ ਹੀ ਤੇ ਹੈ। ਸਿਰਫ ਗੁਰੂ ਜਾਗ ਰਿਹਾ ਹੈ, ਜੋ ਗੁਰੂ ਕਹਿ ਰਿਹਾ ਹੈ, ਕਿਰਪਾ ਕਰਕੇ ਸੁਨੋ ਪ੍ਰਭ, ਸਭ ਜਗ ਮੈਂ ਵਰਸੈ ਮਹਿ। ਜਾਂ ਫਿਰ ਉਹ ਬੰਦਾ ਜਾਗ ਰਿਹਾ ਹੈ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ। ਤਾਂ ਜੇ ਅਸੀਂ ਇਸ ਬੇਖਬਰੀ ਦੀ ਨੀਂਦ ਵਿੱਚੋਂ ਜਾਗਣਾ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹੀਏ, ਵਿਚਾਰੀਏ ਔਰ ਜ਼ਿੰਦਗੀ ਐਸੀ ਜੀਵੀਏ। ਸੈਲਫ ਐਨਾਲਿਸਿਸ ਕਰੀਏ ਕਿ ਕਿਤੇ ਅਸੀਂ ਵੀ ਤੇ ਬੇਖਬਰ ਨਹੀਂ, ਕਿਤੇ ਅਸੀਂ ਵੀ ਤੇ ਕੁਝ ਐਸਾ ਨਹੀਂ ਕਰ ਰਹੇ ਜਿਸ ਦੇ ਨਾਲ ਮੇਰਾ, ਮੇਰੇ ਪਰਿਵਾਰ ਦਾ ਔਰ ਮੇਰੇ ਸੰਸਾਰ ਸਮਾਜ ਦਾ ਨੁਕਸਾਨ ਹੋ ਰਿਹਾ। ਮੋਹ ਪਿਆਸ ਦੇ ਅੰਦਰ, ਤ੍ਰਿਸ਼ਨਾ ਦੇ ਅੰਦਰ ਮੈਂ ਵੀ ਤੇ ਸੁੱਤਾ ਹੋਇਆ ਨਹੀਂ। ਸਤਿਗੁਰ ਸੇਵਨ ਜਾਗਨ ਸੇ, ਜੋ ਰਤੇ ਸੱਚ ਨਾਮ ਗੁਣਤਾਸ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਸਤਿਗੁਰ ਸੇਵਨ ਦਾ ਮਤਲਬ ਜੋ ਸਤਿਗੁਰ ਦੇ ਦੱਸੇ ਰਾਹ ਤੇ ਤੁਰਦੇ। ਸੇਵਨ ਦਾ ਮਤਲਬ ਗੁਰੂ ਦਰਸਾਏ ਮਾਰਗ ਨੂੰ ਜੋ ਅਪਣਾਉਂਦੇ ਨੇ, ਫੋਲੋ ਕਰਦੇ ਨੇ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ ਹੈ। ਜਾਗਨ ਸੇ ਦਾ ਮਤਲਬ ਉਹ ਜਾਗਦੇ ਨੇ, ਉਹ ਸੁਚੇਤ ਨੇ, ਉਹ ਬੇਖਬਰ ਨਹੀਂ ਹਨ। ਉਹ ਕੋਈ ਐਸਾ ਕਰਮ ਨਹੀਂ ਕਰਦੇ ਜਿਸ ਨਾਲ ਕਿਸੇ ਦਾ ਨੁਕਸਾਨ ਹੋ। ਉਹ ਕੋਈ ਐਸਾ ਬੋਲ ਨਹੀਂ ਬੋਲਦੇ ਜਿਸ ਨਾਲ ਕਿਸੇ ਦਾ ਹਿਰਦਾ ਦੁਖੇ, ਜਿਸ ਨਾਲ ਕਿਸੇ ਦੇ ਅੰਦਰ ਨੈਗੇਟਿਵਿਟੀ ਪੈਦਾ ਹੋਵੇ ਔਰ ਜੋ ਉਹਦੀ ਆਉਣ ਵਾਲੀ ਸਾਰੀ ਜ਼ਿੰਦਗੀ ਨੂੰ ਤਬਾਹ ਕਰਦਾ ਹੈ। ਉਹ ਸੁਚੇਤ ਨੇ। ਕੌਣ? ਜੋ ਸਤਿਗੁਰੂ ਨੂੰ ਸੇਵਦੇ ਨੇ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਜੋ ਗੁਰਬਾਣੀ ਨੂੰ ਇੰਪਲੀਮੈਂਟ ਕਰਦੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਰਹੇ ਨੇ, ਉਹ ਜਾਗਦੇ ਨੇ। ਔਰ ਜੇ ਕੋਈ ਸੁੱਤਾ ਹੋਇਆ ਹੈ ਤਾਂ ਉਹ ਜਾਗ ਸਕਦਾ ਹੈ, ਸੁਚੇਤ ਹੋ ਸਕਦਾ ਹੈ। ਤੇ ਕੌਣ ਜਾਗਦੇ ਨੇ? ਜੋ ਰਤੇ ਸੱਚ ਨਾਮ ਗੁਣਤਾਸ, ਜੋ ਗੁਣਾਂ ਦੇ ਖਜ਼ਾਨੇ, ਪ੍ਰਭੂ ਦੇ ਸੱਚੇ ਹੁਕਮ ਅੰਦਰ, ਪ੍ਰਭੂ ਦੀ ਸੱਚੀ ਸਿਫਤ ਸਲਾਹ ਦੇ ਅੰਦਰ ਰੰਗੇ ਗਏ ਨੇ, ਜੋ ਸੱਚ ਵਿੱਚ ਰੰਗੇ ਗਏ ਨੇ, ਜੋ ਪ੍ਰਭੂ ਦੇ ਹੁਕਮ ਵਿੱਚ ਰੰਗੇ ਗਏ ਨੇ, ਜੋ ਗੁਣਾਂ ਦੇ ਖਜ਼ਾਨੇ ਪ੍ਰਭੂ ਵਿੱਚ ਰੰਗੇ ਗਏ ਨੇ। ਯਾਨੀ ਜੋ ਸੱਚ ਅੰਦਰ, ਜੋ ਰੱਬੀ ਗੁਣਾਂ ਦੇ ਵਿੱਚ
ਰੱਬੀ ਹੁਕਮ ਦੇ ਅੰਦਰ ਰੰਗੇ ਹੋਏ ਨੇ ਉਹ ਲੋਕ ਜਾਗਦੇ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਕਿਤੇ ਅਗਿਆਨਤਾ ਦੀ ਨੀਂਦ ਹੈ, ਕਿਤੇ ਅਸੀਂ ਬੇਖਬਰ ਹਾਂ, ਤਾਂ ਸਾਨੂੰ ਵੀ ਚਾਹੀਦਾ ਅਸੀਂ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਪਰਖੀਏ। ਜੇ ਤਾਂ ਐਸੀ ਜ਼ਿੰਦਗੀ ਜੀ ਰਹੇ ਹਾਂ ਗੁਰਬਾਣੀ ਮੁਤਾਬਕ, ਤਾਂ ਫਿਰ ਅਸੀਂ ਖੁਸ਼ ਨਸੀਬ ਹਾਂ, ਸਾਨੂੰ ਖੁਸ਼ ਹੋਣਾ ਚਾਹੀਦਾ ਹੈ। ਇਹ ਜ਼ਿੰਦਗੀ ਮੁਬਾਰਕ ਹੈ ਸਾਡੀ। ਤੇ ਜੇ ਕਿਤੇ ਕਮੀ ਪੇਸ਼ੀ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਹਰ ਬੰਦਾ ਜਾਗ ਸਕਦਾ ਹੈ। ਗੁਰੂ ਜੀ ਸਾਨੂੰ ਸੰਭਾਵਨਾ ਦਰਸਾ ਰਹੇ ਨੇ ਕਿ ਤੁਹਾਡੇ ਅੰਦਰ ਸੰਭਾਵਨਾ ਹੈ, ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ, ਹਰ ਇਨਸਾਨ ਜਾਗ ਸਕਦਾ ਹੈ, ਸੁਚੇਤ ਹੋ ਸਕਦਾ ਹੈ, ਜੇ ਉਹ ਗੁਰੂ ਦੇ ਦੱਸੇ ਰਾਹ ਤੇ ਤੁਰੇ, ਜੇ ਉਹ ਗੁਣਾਂ ਦੇ ਨਾਲ ਜੁੜ ਜਾਏ, ਸੱਚ ਦੇ ਨਾਲ ਜੁੜ ਜਾਏ। ਮਨਮੁਖ ਅੰਧ ਨਾ ਚੇਤਨੀ, ਜਨਮ ਮਰ ਹੋਹੇ ਵਿਨਾਸ਼। ਇਹਨੂੰ ਹੋਹੇ ਨਹੀਂ ਪੜਨਾ, ਹੋਹੇ ਹੁੰਦੇ ਨੇ। ਮਨਮੁਖ ਦਾ ਮਤਲਬ ਆਪ ਹੁਦਰੇ, ਅੰਧ ਦਾ ਮਤਲਬ ਅਗਿਆਨੀ, ਨਾ ਚੇਤਨੀ ਦਾ ਮਤਲਬ ਰੱਬ ਨੂੰ, ਰੱਬ ਦੇ ਹੁਕਮ ਨੂੰ, ਗੁਣਾਂ ਨੂੰ ਯਾਦ ਨਹੀਂ ਰੱਖਦੇ। ਆਪ ਹੁਦਰੇ ਅਗਿਆਨੀ ਮਨੁੱਖ ਹਰੀ ਨੂੰ, ਹਰੀ ਦੇ ਗੁਣਾਂ ਨੂੰ ਯਾਦ ਨਹੀਂ ਰੱਖਦੇ, ਤੇ ਰਿਜ਼ਲਟ ਕੀ ਨਿਕਲਦਾ ਹੈ? ਜਨਮ ਮਰ ਹੋਹੇ ਵਿਨਾਸ਼। ਹੋਹੇ ਵਿਨਾਸ਼ ਦਾ ਮਤਲਬ ਆਤਮਿਕ ਮੌਤੇ ਮਰ ਜਾਂਦੇ, ਭਟਕਦੇ ਨੇ, ਦੁਖੀ ਹੁੰਦੇ ਨੇ। ਜਨਮ ਦਾ ਮਤਲਬ ਜੰਮਦੇ ਨੇ ਔਰ ਮਰ ਜਾਂਦੇ। ਸਿਰਫ ਜੰਮੇ, ਆਤਮਿਕ ਮੌਤੇ ਮਰੇ, ਔਰ ਅਖੀਰ ਸਰੀਰਕ ਮੌਤੇ ਵੀ ਮਰ ਗਏ। ਯਾਨੀ ਪੂਰੇ ਜੀਵਨ ਦੇ ਅੰਦਰ ਉਹ ਭਟਕਦੇ ਹੀ ਰਹੇ, ਆਤਮਿਕ ਮੌਤੇ ਮਰੇ ਹੀ ਰਹੇ। ਉਹਨਾਂ ਦੇ ਅੰਦਰ ਕਦੇ ਇਨਸਾਨੀਅਤ ਪੈਦਾ ਹੀ ਨਾ ਹੋਈ। ਉਹ ਜੰਮਦੇ ਨੇ ਔਰ ਮਰ ਜਾਂਦੇ ਨੇ, ਆਤਮਿਕ ਮੌਤੇ ਮਰ ਜਾਂਦੇ ਨੇ, ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਲਾਹਾ ਕੋਈ ਵੀ ਨਹੀਂ ਖੱਟਦੇ, ਨੁਕਸਾਨ ਹੀ ਕਰਦੇ। ਨਾਨਕ ਗੁਰਮੁਖ ਤਿਨੀ ਨਾਮ ਧਿਆਇਆ, ਜਿਨ ਕਉ ਧੁਰ ਪੂਰਬ ਲਿਖਿਆਸ। ਧੁਰ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ। ਨਾਨਕ ਗੁਰਮੁਖ ਤਿਨੀ ਨਾਮ ਧਿਆਇਆ। ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ, ਆਪਣੀ ਬਿਰਤੀ ਸੁਰਤੀ ਨੂੰ ਜੋੜਿਆ, ਲਿਵ ਲਗਾਈ, ਲਗਨ ਲਗਾਈ। ਭਾਵ ਜਿਨ੍ਹਾਂ ਦੇ ਧਿਆਨ ਵਿੱਚ ਪ੍ਰਭੂ ਦਾ ਹੁਕਮ ਵਸ ਗਿਆ। ਕੌਣ ਨੇ ਉਹ? ਗੁਰਮੁਖ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਦਾ ਧਿਆਨ ਧਰਿਆ ਹੈ, ਉਹਨਾਂ ਨੇ ਨਾਮ ਨਾਲ, ਹੁਕਮ ਨਾਲ, ਰੱਬੀ ਗੁਣਾਂ ਨਾਲ ਆਪਣੇ ਲਗਨ ਲਗਾਈ ਹੈ। ਜਿਨ ਕੋ ਧੁਰ ਪੂਰਬ ਲਿਖਿਆਸ, ਜਿਨ੍ਹਾਂ ਦਾ ਧੁਰ ਤੋਂ, ਸ਼ੁਰੂ ਤੋਂ ਹੀ ਚੰਗੇ ਸ਼ੁਭ ਲੇਖ ਲਿਖੇ ਨੇ। ਸ਼ੁਭ ਲੇਖ ਜਿਨ੍ਹਾਂ ਨੇ ਲਿਖੇ ਨੇ। ਦੇਖੋ, ਸਾਡੇ ਤੇ ਡਿਪੈਂਡ ਕਰਦਾ ਹੈ, ਸਾਨੂੰ ਸ਼ੁਰੂ ਤੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਵਿਚਾਰ ਪੈਦਾ ਕਰ ਰਹੇ ਹਾਂ, ਇਹਨਾਂ ਵਿਚਾਰਾਂ ਦਾ ਐਂਡ ਕਿੱਧਰ ਹੋਈ, ਕਿੱਥੇ ਹੋਏਗਾ, ਇਹ ਵਿਚਾਰ ਸਾਨੂੰ ਕਿਹੜੇ ਰਾਹ ਵਾਲੇ ਪਾਸੇ ਲੈ ਜਾਣਗੇ। ਤਾਂ ਸ਼ੁਰੂ ਤੋਂ ਹੀ, ਜਿਨ੍ਹਾਂ ਦੇ ਧੁਰ ਤੋਂ ਹੀ, ਸ਼ੁਰੂ ਤੋਂ, ਜੀਵਨ ਦੇ ਸ਼ੁਰੂ ਤੋਂ ਸ਼ੁਭ ਗੁਣਾਂ ਦੇ ਲੇਖ ਲਿਖੇ ਨੇ, ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਤੇ ਪ੍ਰਭੂ ਦੇ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਤਾਂ ਇਹਦਾ ਭਾਵ ਇਹ ਕਦਾਚਿਤ ਨਹੀਂ ਹੈ ਕਿ ਜੇ ਸ਼ੁਰੂ ਤੋਂ ਸਾਡੇ ਅੰਦਰ ਲੇਖ ਨਹੀਂ ਲਿਖੇ ਤਾਂ ਹੁਣ ਅਸੀਂ ਨਹੀਂ ਬਦਲ ਸਕਦੇ। ਬਦਲ ਸਕਦੇ ਹਾਂ। ਜਦੋਂ ਵੀ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏਗਾ, ਬਦਲਣਾ ਚਾਹੇ ਤਾਂ ਉਹ ਬਦਲ ਸਕਦਾ ਹੈ, ਯੂ ਟਰਨ ਲੈ ਸਕਦਾ ਹੈ। ਕਿੰਨੇ ਐਸੇ ਲੋਕ ਨੇ ਜਿਹੜੇ ਪਹਿਲਾਂ ਅਸੀਂ ਜਾਣਦੇ ਹਾਂ, ਬੜਾ ਸ਼ਰਾਬ ਪੀਂਦੇ ਸੀ, ਨਸ਼ੇ ਕਰਦੇ ਸੀ, ਲੇਕਿਨ ਕਿਤੇ ਗੁਰਦੁਆਰਾ ਸਾਹਿਬ ਚਲੇ ਗਏ, ਕਿਸੇ ਚੰਗੇ ਬੰਦੇ ਦੀ ਗੱਲ ਸੁਣ ਲਈ, ਕਿਸੇ ਚੰਗੇ ਗੁਰਸਿੱਖ ਦੀ ਸੰਗਤ ਹੋ ਗਈ, ਜਾਂ ਆਪਣੇ ਅੰਦਰ ਕੋਈ ਚੰਗਾ ਵਿਚਾਰ ਆ ਗਿਆ, ਗੁਰਦੁਆਰਾ ਸਾਹਿਬ ਚਲੇ ਗਏ, ਬਾਣੀ ਦੇ ਨਾਲ ਜੁੜ ਗਏ, ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਔਰ ਉਹ ਚੰਗੇ ਇਨਸਾਨ ਬਣ ਗਏ। ਬੜੇ ਐਸੇ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਪਹਿਲਾਂ ਬੜੇ ਵਿਕਾਰੀ ਸੀ, ਲੇਕਿਨ ਹੁਣ ਬੜੇ ਚੰਗੇ ਨੇ। ਪਹਿਲਾਂ ਬਿਲਕੁਲ ਫੇਲ ਸੀ, ਲੇਕਿਨ ਹੁਣ ਬੜਾ ਕੰਮ ਕਰਦੇ ਨੇ। ਉਹਨਾਂ ਨੇ ਆਪਣਾ ਚੰਗੀ ਕਮਾਈ ਵੀ ਕੀਤੀ ਹੈ। ਪਰਿਵਾਰਾਂ ਵਿੱਚ ਕਲੇਸ਼ ਸੀ, ਲੇਕਿਨ ਹੁਣ ਉਹਨਾਂ ਦਾ ਪਰਿਵਾਰ ਬੜਾ ਸੁਖੀ ਵਸਦਾ ਹੈ। ਬੜੇ ਲੋਕ ਐਸੇ ਮਿਲ ਜਾਣਗੇ। ਯਾਨੀ ਬਦਲਿਆ ਜਾ ਸਕਦਾ ਹੈ। ਪੌੜੀ, ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਏ ਹਮਕੋ ਤ੍ਰਿਪਤ ਪਈ। 36 ਤਰ੍ਹਾਂ ਦਾ ਭੋਜਨ ਦਾ ਮਤਲਬ ਅਨੇਕ ਕਿਸਮ ਦਾ ਭੋਜਨ, ਕਿਉਂਕਿ ਸ਼ਬਦ ਸ਼ੁਰੂ ਤੋਂ ਵਰਤਿਆ ਜਾਂਦਾ ਹੈ ਕਿ 36 ਕਿਸਮ ਦਾ ਭੋਜਨ ਦਾ ਮਤਲਬ ਅਨੇਕਾਂ ਕਿਸਮ ਦਾ ਭੋਜਨ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਗੁਰੂ ਜੀ ਕਹਿੰਦੇ ਨੇ ਜੋ ਰੱਬੀ ਸਿਫਤ ਸਲਾਹ ਹੈ, ਰੱਬ ਦਾ ਜੋ ਹੁਕਮ ਹੈ, ਰੱਬ ਦੇ ਜੋ ਗੁਣ ਨੇ, ਉਹ ਸਾਡੇ ਵਾਸਤੇ ਕਈ ਕਿਸਮ ਦਾ ਸਵਾਦਲਾ ਭੋਜਨ ਹੈ, ਆਤਮਿਕ ਖੁਰਾਕ ਹੈ। ਜਿਤ ਖਾਏ ਹਮਕੋ ਤ੍ਰਿਪਤ ਪਈ, ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ, ਜਿਹਨੂੰ ਵਰਤ ਕੇ ਅਸੀਂ ਰੱਜ ਗਏ ਹਾਂ।
ਹੁਣ ਦੇਖੋ ਲੋਕ ਕਿੰਨੇ ਵਰਤਨ ਰਾਤੇ ਸਰਾਧ ਕਰਮ ਕਾਂਡ ਕਰਦੇ ਫਿਰਦੇ ਨੇ ਨਾ, ਤ੍ਰਿਪਤੀ ਨਹੀਂ ਹੈ। ਲੇਕਿਨ ਕੁਛ ਉਹ ਨੇ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਫੋਲੋ ਕੀਤਾ ਹੈ, ਰੱਬੀ ਗੁਣਾਂ ਨੂੰ ਫੋਲੋ ਕੀਤਾ ਹੈ, ਉਹ ਤ੍ਰਿਪਤ ਹੋ ਗਏ। ਖਾਨ ਦਾ ਮਤਲਬ ਗੁਣਾਂ ਨੂੰ ਇੰਪਲੀਮੈਂਟ ਕਰਨਾ। ਰੱਬੀ ਗੁਣਾਂ ਨੂੰ ਇੰਪਲੀਮੈਂਟ ਜਿਨ੍ਹਾਂ ਨੇ ਕੀਤਾ ਉਹ ਤ੍ਰਿਪਤ ਹੋ ਗਏ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ, ਵਿਕਾਰਾਂ ਦੀ ਤਾਂਘ ਹੀ ਖਤਮ ਹੋ ਗਈ। ਤਾਂ ਗੁਰੂ ਜੀ ਕਹਿੰਦੇ ਨੇ ਹਰੀ ਦਾ ਜੋ ਨਾਮ ਮੀਨਸ ਰੱਬ ਦੇ ਜੋ ਗੁਣ ਨੇ, ਜੋ ਰੱਬੀ ਹੁਕਮ ਹੈ, ਇਹਦੇ ਅਨੁਸਾਰ ਜ਼ਿੰਦਗੀ ਜੀਣਾ ਹੀ ਸਾਡੇ ਵਾਸਤੇ ਆਤਮਿਕ ਖੁਰਾਕ 36 ਕਿਸਮ ਦਾ ਭੋਜਨ ਹੈ, ਜਿਹਨੂੰ ਖਾ ਕੇ ਅਸੀਂ ਰੱਜ ਗਏ ਹਾਂ। ਹੁਣ ਰੱਜਣ ਦਾ ਮਤਲਬ ਕਿ ਜੋ ਮਾਇਕ ਪਦਾਰਥ ਨੇ, ਤ੍ਰਿਸ਼ਨਾ ਹੈ, ਉਹਦੇ ਵੱਲੋਂ ਤ੍ਰਿਪਤ ਹੋ ਗਏ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇਂ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਸ਼ਰਦ ਦਾ ਮਤਲਬ ਇੱਥੇ ਹੈ ਇੱਛਾ, ਪਹਿਨਣ ਦਾ ਮਤਲਬ ਪੁਸ਼ਾਕ। ਰੱਬੀ ਹੁਕਮ, ਰੱਬ ਦੇ ਗੁਣ ਹੀ ਸਾਡੀ ਪੁਸ਼ਾਕ ਬਣ ਗਈ ਹੈ। ਦੇਖੋ ਲੋਕ ਕੱਪੜੇ ਪਾਉਂਦੇ ਨੇ, ਕੱਪੜੇ ਸਾਡੀ ਲੋੜ ਹੈ। ਗਰਮੀ ਸਰਦੀ ਤੋਂ ਬਚਣਾ, ਤਨ ਨੂੰ ਢੱਕਣਾ, ਇਹ ਸਾਡੀ ਹੈ ਜ਼ਰੂਰਤ। ਪਰ ਸਾਰੇ ਲੋਕ ਕੱਪੜੇ ਜ਼ਰੂਰਤ ਵਾਸਤੇ ਨਹੀਂ ਪਾਉਂਦੇ, ਫੈਸ਼ਨ ਵਾਸਤੇ ਵੀ ਪਾਉਂਦੇ ਨੇ, ਵਿਖਾਣ ਵਾਸਤੇ ਵੀ ਪਾਉਂਦੇ ਨੇ। ਬਹੁਤ ਥਾਵਾਂ ਤੇ ਵਿਖਾਵਾ ਹੁੰਦਾ ਹੈ ਔਰ ਬੰਦਾ ਸਮਝਦਾ ਹੈ ਮੈਂ ਬ੍ਰਾਂਡਡ ਕੱਪੜੇ ਪਾਵਾਂਗਾ, ਨਵੇਂ ਫੈਸ਼ਨ ਦੇ ਪਾਵਾਂਗਾ ਤੇ ਉਹਦੇ ਨਾਲ ਮੇਰੀ ਇੱਜ਼ਤ ਬਣੇਗੀ ਕਿ ਯਾਰ ਕਿੰਨੇ ਚੰਗੇ ਕੱਪੜੇ ਪਾਏ ਨੇ, ਕਿੰਨਾ ਚੰਗਾ ਡਰੈਸਅਪ ਹੋਇਆ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਰੱਬੀ ਗੁਣ ਨੇ ਨਾ, ਮੇਰੇ ਜੀਵਨ ਦੀ ਆਤਮਿਕ ਪੁਸ਼ਾਕ ਬਣ ਗਈ ਹੈ, ਜਿਹਦੇ ਨਾਲ ਮੇਰੀ ਹੋਰ ਪਹਿਨਣ ਦੀ ਸ਼ਰਧਾ ਚਲੀ ਗਈ ਹੈ, ਵਿਕਾਰ ਹੰਡਾਉਣ ਦੀ ਸ਼ਰਧਾ ਮੇਰੀ ਚਲੀ ਗਈ ਹੈ, ਜਿਸ ਕਰਕੇ ਹੁਣ ਮੈਂ ਨੰਗਾ ਨਹੀਂ ਹੋਵਾਂਗਾ, ਭਾਵ ਮੇਰੀ ਕਿਤੇ ਵੀ ਬੇਪੱਤੀ ਨਹੀਂ ਹੋਏਗੀ। ਹਰੀ ਦਾ ਨਾਮ, ਰੱਬ ਦੀ ਸਿਫਤ ਸਲਾਹ ਸਾਡੀ ਪੁਸ਼ਾਕ ਹੈ, ਜਿਸ ਨੂੰ ਪਹਿਨ ਕੇ ਕਦੇ ਬੇਪਰਦਾ ਨਾ ਹੋਵਾਂਗੇ ਤੇ ਹੋਰ ਸੁੰਦਰ ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਵੀ ਦੂਰ ਹੋਗੀ। ਇਹਦਾ ਮਤਲਬ ਇਹ ਨਹੀਂ ਕਿ ਬੰਦਾ ਕੱਪੜੇ ਨਹੀਂ ਪਾਏਗਾ, ਇਹਦਾ ਮਤਲਬ ਇਹ ਹੈ ਕਿ ਕੱਪੜੇ ਹੁਣ ਟਮਕਾਉਣ ਵਾਸਤੇ ਨਹੀਂ ਪਾਏਗਾ, ਕੱਪੜੇ ਉਹਦੀ ਜ਼ਰੂਰਤ ਹੈ। ਲੇਕਿਨ ਇੱਜ਼ਤ ਜਿਹੜੀ ਹੈ, ਮਾਣ ਜਿਹੜਾ ਹੈ, ਉਹ ਗੁਣਾ ਕਰਕੇ ਮਿਲਣਾ ਹੈ। ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਜਾਂ ਪਾਰਟੀ ਵਿੱਚ ਜਾਂਦੇ ਆ ਨਾ, ਤਾਂ ਉਦੋਂ ਜਿਹੜਾ ਪਹਿਲਾ ਮਾਣ ਹੈ ਤੁਹਾਨੂੰ ਕੱਪੜਿਆਂ ਕਰਕੇ ਮਿਲ ਸਕਦਾ ਹੈ ਕਿ ਬੜੇ ਵਧੀਆ ਕੱਪੜੇ ਪਾਏ ਨੇ, ਲੋਕ ਵਹਿੰਦੇ ਨੇ, ਦੇਖ ਫਲਾਂ ਬੰਦੇ ਦਾ, ਬੀਬੀ ਦਾ ਸੂਟ ਜਾਂ ਬੰਦੇ ਦੀ ਪੈਂਟ ਸ਼ਰਟ ਜਾਂ ਕੋਟ, ਵਹਿੰਦੇ ਨੇ ਲੋਕ। ਸਭਾ ਸੁਸਾਇਟੀ ਵਿੱਚ ਪਹਿਲੀ ਜਿਹੜੀ ਮਾਣ ਹੈ, ਦਿੱਖ ਜਿਹੜਾ ਹੈ ਤੁਹਾਡਾ, ਉਹ ਤੁਹਾਨੂੰ ਕੱਪੜਿਆਂ ਕਰਕੇ ਮਿਲ ਸਕਦਾ ਹੈ। ਪਰ ਜਦੋਂ ਉਸ ਸਭਾ ਸੁਸਾਇਟੀ ਨੂੰ ਭੁਗਤਾ ਕੇ ਵਾਪਸ ਜਾਣਾ ਨਾ, ਉਦੋਂ ਕੱਪੜਿਆਂ ਕਰਕੇ ਨਹੀਂ, ਉਦੋਂ ਫਿਰ ਤੁਹਾਡਾ ਮਾਣ ਸਤਿਕਾਰ ਤੁਹਾਡੇ ਬਿਹੇਵੀਅਰ ਕਰਕੇ ਹੋਣਾ ਹੈ ਕਿ ਉਹਦਾ ਬਿਹੇਵੀਅਰ ਕੈਸਾ ਸੀ। ਇਸ ਦੁਨੀਆ ਵਿੱਚ ਅਸੀਂ ਆਏ, ਕਿਸੇ ਨੂੰ ਸਰੀਰ ਕਰਕੇ, ਕੱਪੜੇ ਕਰਕੇ ਮਾਣ ਸਤਿਕਾਰ ਮਿਲ ਗਿਆ ਕਿ ਬੜਾ ਸੋਹਣਾ ਹੈ, ਜਨਮ ਦਿਨ ਵੀ ਮਨਾਇਆ ਗਿਆ। ਲੇਕਿਨ ਜਦੋਂ ਅਸੀਂ ਇਸ ਦੁਨੀਆ ਤੋਂ ਰੁਖਸਤ ਹੋਣਾ ਨਾ, ਉਦੋਂ ਮਾਣ, ਆਦਰ, ਸਤਿਕਾਰ ਸਾਡੇ ਕਰਮਾਂ ਕਰਕੇ ਮਿਲਣਾ ਹੈ, ਜੈਸੀ ਅਸੀਂ ਜ਼ਿੰਦਗੀ ਜੀਵਾਂਗੇ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣ ਹੀ ਮੇਰੀ ਆਤਮਿਕ ਪੁਸ਼ਾਕ ਹੈ। ਅਸੀਂ ਇਸ ਆਤਮਿਕ ਪੁਸ਼ਾਕ ਨੂੰ ਪਹਿਨੀਏ, ਫਿਰ ਬੰਦਾ ਨੰਗਾ ਨਹੀਂ ਹੁੰਦਾ, ਭਾਵ ਕਿ ਕਦੀ ਉਹਦੀ ਬੇਪੱਤੀ ਨਹੀਂ ਹੁੰਦੀ ਤੇ ਹੋਰ ਜੋ ਹੰਕਾਰ ਵਾਲੀਆਂ ਪੁਸ਼ਾਕਾਂ ਨੇ ਉਹਨਾਂ ਨੂੰ ਪਹਿਨਣ ਦੀ ਉਹਦੀ ਸ਼ਰਧਾ ਹੀ ਖਤਮ ਹੋ ਜਾਂਦੀ ਹੈ, ਭਾਵ ਚਾਹ ਦੂਰ। ਹਰ ਨਾਮ ਹਮਾਰਾ ਵਣਜ, हर नाम व्यापार, हर नामे की हमको सतगुर कार कुनी दी। हर नामे की हमको सतगुर कार कुनी दी। कार कुनी का मतलब है कामदारी, मुख्तियारी, सौदागरी। ਤਾਂ ਗੁਰੂ ਜੀ ਕਹਿੰਦੇ ਨੇ ਹਰ ਨਾਮ ਹਮਾਰਾ ਵਣਜ, ਜੋ ਰੱਬੀ ਗੁਣ ਨੇ, ਰੱਬ ਦਾ ਹੁਕਮ ਹੀ ਸਾਡਾ ਵਣਜ ਵਪਾਰ ਹੈ। ਤੇ ਗੁਰੂ ਨੇ ਸਾਨੂੰ ਨਾਮ ਦੀ, ਭਾਵ ਰੱਬੀ ਹੁਕਮ ਦੀ, ਰੱਬੀ ਗੁਣਾਂ ਦੀ ਹੀ ਖੁਦ ਮੁਖਤਿਆਰੀ ਦਿੱਤੀ ਹੈ। ਜਿਵੇਂ ਸਾਡੇ ਕੋਲ ਇੱਕ ਏਜੰਸੀ ਨਹੀਂ ਹੁੰਦੀ ਵੱਡੀ ਸਾਰੀ, ਤੇ ਸਾਡੇ ਕੋਲ ਕੀ ਹੈ? ਖੁਦ ਮੁਖਤਿਆਰੀ। ਸਾਡੇ ਕੋਲ ਜੋ ਵਪਾਰੀ ਹੈ, ਸੁਦਾਗਰੀ ਹੈ, ਕਾਦੀ ਹੈ? ਹਰੀ ਦੇ ਗੁਣਾਂ ਦੀ। ਹਰੀ ਦੇ ਗੁਣ ਹੀ ਮੇਰਾ ਵਪਾਰ ਨੇ, ਹਰੀ ਦੇ ਗੁਣਾਂ ਦਾ ਹੀ ਮੇਰਾ ਵਪਾਰ ਹੈ, ਔਰ ਹਰੀ ਦੇ ਗੁਣਾਂ ਦਾ ਵਪਾਰ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਅਗਲੀ ਦਾ ਮਤਲਬ ਪਹਿਲੀ ਜਿਹੜੀ ਸੀ, ਅਗਲੀ ਦਾ ਮਤਲਬ ਪਹਿਲੀ, ਮੁਥਾਜੀ। ਕਾਣ ਦਾ ਮਤਲਬ ਮੁਥਾਜੀ। ਹਰੀ ਨਾਮ ਦਾ ਲੇਖਾ ਲਿਖਿਆ ਦਾ ਮਤਲਬ ਅਸੀਂ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ, ਗੁਣ ਪੈਦਾ ਕੀਤੇ ਨੇ। ਤਾਂ ਹਰੀ ਦੇ ਹੁਕਮ ਵਿੱਚ ਅਸੀਂ ਸ਼ੁਭ ਗੁਣਾਂ ਦਾ ਲੇਖਾ ਲਿਖਿਆ ਹੈ, ਜਿਸ ਲੇਖੇ ਕਰਕੇ
ਜਮ ਦੀ ਜੋ ਆਤਮਿਕ ਮੌਤ ਦੀ ਖੁਸ਼ਾਮਦ ਸੀ, ਡਰ ਸੀ, ਉਹ ਦੂਰ ਹੋ ਗਿਆ। ਕਾਣ ਦਾ ਮਤਲਬ ਮੁਥਾਜੀ, ਜਮ ਦਾ ਮਤਲਬ ਆਤਮਿਕ ਮੌਤ। ਆਤਮਿਕ ਮੌਤ ਦੀ ਹੁਣ ਕੋਈ ਮੁਥਾਜੀ ਨਹੀਂ ਹੈ, ਕੋਈ ਡਰ ਨਹੀਂ ਹੈ, ਕਿਉਂਕਿ ਸ਼ੁਭ ਗੁਣਾਂ ਦਾ ਲੇਖਾ ਲਿਖਿਆ ਹੈ। ਤਾਂ ਹੁਣ ਧਰਮਰਾਏ ਕਹਾ ਕਰੇਗਾ ਜੋ ਫਾਟਿਓ ਸਗਰੋ ਲੇਖਾ, ਕੀ ਕਰ ਲੇਗਾ ਧਰਮਰਾਜ ਜਿਹਨੂੰ ਲੋਕ ਮੰਨਦੇ ਨੇ। ਹੁਣ ਆਤਮਿਕ ਮੌਤ ਮੇਰਾ ਕੀ ਵਿਗਾੜ ਲੈਗੀ? ਜਦੋਂ ਅੰਦਰ ਔਗਣ ਹੀ ਨਹੀਂ ਹੈ, ਜਦੋਂ ਮਨ ਵਚਨ ਕਰਮ ਕਰਕੇ ਸੱਚ ਦੇ ਨਾਲ ਬੰਦਾ ਜੁੜ ਗਿਆ, ਤਾਂ ਉਹਦੀ ਆਤਮਿਕ ਮੌਤ ਦੀ ਜਿਹੜੀ ਹੈ ਕਾਣ ਮੁਥਾਜੀ ਖਤਮ ਹੋ ਜਾਂਦੀ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ, ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਵਿਰਲੇ ਗੁਰਮੁਖ ਨੇ ਹਰੀ ਦੇ ਗੁਣਾਂ ਨੂੰ ਗਾਇਆ ਹੈ, ਹਰੀ ਦੇ ਹੁਕਮ ਦੇ ਅੰਦਰ ਧਿਆਨ ਨੂੰ ਜੋੜਿਆ ਹੈ, ਜਿਨ੍ਹਾਂ ਨੂੰ ਤੁਰੋਂ ਹੀ ਬਖਸ਼ਿਸ਼ ਦੀ ਰਾਹੀਂ ਪਿਛਲੇ ਲੇਖਾਂ ਦੇ ਸੰਸਕਾਰਾਂ ਅਨੁਸਾਰ ਲੇਖ ਦੀ ਪ੍ਰਾਪਤੀ ਹੋਈ ਹੈ। ਧੁਰ ਲਿਖਤ ਦਾ ਮਤਲਬ ਜਿਹੜੇ ਅੰਦਰ ਲੇਖ ਲਿਖੇ ਨੇ, ਜੋ ਆਪਣੇ ਅੰਦਰ ਅਸੀਂ ਸੰਸਕਾਰ ਪੈਦਾ ਕੀਤੇ ਨੇ, ਜੋ ਸਾਡੇ ਅੰਦਰ ਨਿਊਰੋਨਲ ਪੈਟਰਨ ਬਣਿਆ ਹੈ, ਜੈਸਾ ਅਸੀਂ ਆਪਣਾ ਸੁਭਾਅ ਵਗੈਰਾ ਆਦਤਾਂ ਬਣਾ ਲਈਆਂ ਨੇ ਸ਼ੁਭ ਗੁਣਾਂ ਦੇ ਲੇਖ ਕਰਕੇ। ਤਾਂ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਆਪਣੇ ਅੰਦਰ ਧੁਰ ਤੋਂ ਹੀ ਸ਼ੁਭ ਗੁਣਾਂ ਦੇ ਲੇਖ ਲਿਖੇ ਨੇ, ਉਹਨਾਂ ਨੇ ਹਰੀ ਨਾਮ ਨੂੰ ਧਿਆਇਆ ਹੈ, ਯਾਨੀ ਰੱਬੀ ਗੁਣਾਂ ਨੂੰ ਗਾਇਆ ਹੈ, ਔਰ ਉਹ ਲੋਕ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀ ਰਹੇ ਨੇ। ਉਹਨਾਂ ਨੇ ਰੱਬ ਦੀ ਸਿਫਤ ਸਲਾਹ ਕੀਤੀ ਹੈ। ਵਾਹਿਗੁਰੂ ਜੀ ਰਹਿਮਤ ਕਰਨ ਕਿ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਆਪ ਕਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਔਰ ਆਪਣੇ ਜੀਵਨ ਨੂੰ ਸਫਲ ਔਰ ਸੁਰਜਿਆ ਕਰਨ ਦਾ ਯਤਨ ਕਰੀਏ। ਅੱਜ ਦੀ ਇਸ ਵਿਚਾਰ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਆਪਣਾ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਊਜ਼ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।